ਸੁਕਾਉ ਟਲ ਗੁਰ ਸੇਵੀ ਆਹਨਿਸ ਸਹਜ ਦਰਸ਼ਨ ਪਰਸੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਤੁਧ ਡਿਠੇ ਸੱਚੇ ਮਲ ਜਨਮ ਜਨਮ ਦੇ ਸਜਨ ਸਚਾ ਪਾਤ ਸਿਰ ਸਾਹਾਂਦ ਜਿਸ ਪਾਸ ਬੈਠਿਆ ਸਭਨਾ ਦਾਵੇ ਜਿਸ ਪਾਸ ਬੈਠਿਆ ਸਭਨਾ ਦਾਵੇ ਸਾਹੋ। ਹਾਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛ ਪੁਨੀ ਬੜ ਭਾਗਣੀ ਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨ ਲਾਏ ਹਾਲਤ ਪਾਲਤ ਸਵਾਰਿਓ ਨਾ ਨਿਚਰ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਵੜ ਨ ਜਨਮੈ ਧਾਏ ਜਿਹਬਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਾਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਰਸ ਭਿੰਨੇ ਗੁਰਬਾਣੀ ਦੇ ਕੀਰਤਨ ਸ਼ਬਦ ਸਰਵਣ ਕੀਤੇ ਨੇ। ਅੱਜ ਆਪਾਂ ਨੂੰ ਫੱਗਣ ਮਹੀਨੇ ਦੀ ਸੰਗਰਾਂਦ ਦਾ ਜੋ ਦਿਹਾੜਾ ਹੈ ਇਹ ਪ੍ਰਾਪਤ ਹੋ ਰਿਹਾ। ਅਸੀਂ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਇਸ ਮਹੀਨੇ ਦੇ ਅੰਦਰ ਸਾਡੇ ਉੱਪਰ ਸਤਿਗੁਰੂ ਜੀ ਨਾਮ ਦੀ ਦਾਤ ਬਖਸ਼ਿਸ਼ ਕਰਨ, ਗੁਰਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨ, ਇਹ ਦਾਤ ਮੰਗਣ ਵਾਸਤੇ ਅਸੀਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 12 ਮਹੀਨਿਆਂ ਦਾ ਉਪਦੇਸ਼ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ, ਬਖਸ਼ਿਸ਼ ਕੀਤਾ। ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਇਹ ਜੋ ਮਹੀਨਾ ਅੱਜ ਸਾਨੂੰ ਫੱਗਣ ਦਾ ਪ੍ਰਾਪਤ ਹੋਇਆ ਸਾਲ ਦਾ ਅਖੀਰਲਾ ਮਹੀਨਾ ਹੈ। ਜਿਵੇਂ ਈਸਵੀ ਕੈਲੰਡਰ ਦੇ ਵਿੱਚ ਦਸੰਬਰ ਦਾ ਮਹੀਨਾ ਸਭ ਤੋਂ ਅਖੀਰ 'ਤੇ ਮੰਨਿਆ ਜਾਂਦਾ, ਅੱਗੋਂ ਨਵਾਂ ਸਾਲ ਪ੍ਰਾਪਤ ਹੁੰਦਾ। ਜਿਹੜਾ ਬਿਕਰਮੀ ਸੰਮਤ ਦਾ ਕੈਲੰਡਰ ਹੈ ਉਹਦੇ ਮੁਤਾਬਕ ਇਹ ਅਖੀਰਲਾ ਮਹੀਨਾ ਹੈ। ਅੱਗੇ ਚੇਤਰ ਦਾ ਮਹੀਨਾ ਪ੍ਰਾਪਤ ਹੋਵੇਗਾ, ਉਹ ਨਵਾਂ ਸਾਲ ਦਾ ਪਹਿਲਾ ਮਹੀਨਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 12 ਮਹੀਨਿਆਂ ਨੂੰ 12 ਪੌੜੀਆਂ ਦਾ ਉਪਦੇਸ਼ ਦਿੱਤਾ। ਇੱਕ ਮਹੀਨੇ ਦਾ ਉਪਦੇਸ਼ ਇੱਕ ਪੌੜੀ ਵਿੱਚ ਹੈ ਅਤੇ 12 ਮਾਹ ਗੁਰਬਾਣੀ ਦੀਆਂ 14 ਪੌੜੀਆਂ ਮਹਾਰਾਜ ਨੇ ਲਿਖੀਆਂ ਨੇ। ਪਹਿਲੀ ਪੌੜੀ ਵਿੱਚ ਲਿਖਿਆ ਹੈ ਕਿ ਇਹ ਮਨੁੱਖ ਪਰਮਾਤਮਾ ਦੇ ਨਾਲੋਂ ਵਿਛੜਿਆ ਕਿਉਂ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉਹਦੇ ਵਿੱਚ ਬੇਨਤੀ ਕਰਨ ਦੀ ਮਹਾਰਾਜ ਜੀਆਂ ਨੇ ਸਾਨੂੰ ਜਾਂਚ ਦੱਸੀ ਹੈ। ਇਸ ਮਹੀਨੇ ਤੋਂ ਅੱਗੇ ਜਿਹੜੀ ਅਖੀਰਲੀ ਪੌੜੀ ਹੈ ਉਹਦੇ ਵਿੱਚ ਮਹਾਰਾਜ ਨੇ ਨਾਮ ਦੀ ਮਹਿਮਾ ਕੀਤੀ ਹੈ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਇਹ ਬਾਣੀ ਦੇ ਬਚਨ ਮਹਾਰਾਜ ਨੇ ਲਿਖੇ। ਇਸ ਤਰ੍ਹਾਂ ਇਹ ਜਿਹੜੇ 12 ਮਹੀਨੇ ਨੇ ਇਸ ਬਾਣੀ ਨੂੰ ਲਿਖਣ ਵਾਲੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਬੇਅੰਤ ਸੰਗਤ ਆਉਂਦੀ ਹੈ, ਬਾਣੀ ਪੜ੍ਹਨ ਵਾਲੀ, ਬਾਣੀ ਸੁਣਨ ਵਾਲੀ। ਅਤੇ ਬੇਅੰਤ ਸੰਗਤ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠਦੀ ਹੈ ਅਤੇ ਜਿਹੜਾ ਵੀ ਕੋਈ ਮੰਗ ਕਰਦਾ ਨਾ ਕਿ ਮਹਾਰਾਜ ਮੈਨੂੰ ਇਹ ਵਸਤੂ ਮਿਲੇ, ਪਦਾਰਥ ਮਿਲੇ, ਅਤੇ ਸਤਿਗੁਰੂ ਜੀ ਉਸ ਦੀ ਮਨਸ਼ਾ ਪੂਰੀ ਕਰਦੇ।
ਇੱਕ ਬਹੁਤ ਪੜ੍ਹਿਆ ਹੋਇਆ ਪੰਡਤ ਵਿਦਵਾਨ ਜਿਸਨੇ ਕਈ ਗ੍ਰੰਥਾਂ ਦਾ ਅਧਿਐਨ ਕੀਤਾ, ਕਈ ਗ੍ਰੰਥ ਉਸਨੇ ਪੜ੍ਹੇ ਹੋਏ, ਵੇਦ ਸ਼ਾਸਤਰ ਨੂੰ ਪੜ੍ਹਿਆ ਹੋਇਆ, ਗਿਆਨ ਤੇ ਬੜਾ ਕੋਲ, ਪਰ ਇਸ ਵਿਦਵਾਨ ਦੀ ਕਥਾ ਕੋਈ ਨਹੀਂ ਸੁਣਦਾ। ਕਾਰਨ ਕੀ ਹੈ? ਜ਼ੁਬਾਨ ਦੀ ਆਵਾਜ਼ ਜਿਹੜੀ ਹੈ ਨਾ ਬੜੀ ਬੇਰਸੀ ਹੈ, ਰਸ ਕੋਈ ਨਹੀਂ ਆਉਂਦਾ, ਸਵਾਦ ਕੋਈ ਨਹੀਂ ਆਉਂਦਾ। ਗੱਲ ਤੇ ਬੜੀ ਡੂੰਘੀ ਕਰਦਾ, ਵਿਚਾਰਦੀ ਕਰਦਾ, ਪਰ ਸੁਣਨ ਨੂੰ ਕੋਈ ਤਿਆਰ ਨਹੀਂ। ਜਦੋਂ ਬੋਲਦਾ ਲੋਕ ਉੱਠ ਕੇ ਚਲੇ ਜਾਂਦੇ। ਜਦੋਂ ਗਰੀਬੀ ਦੇ ਦਿਨਾਂ ਦੇ ਵਿੱਚ ਆਇਆ ਤੇ ਫਿਰ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਇਆ। ਕਹਿਣ ਲੱਗਾ, ਮਹਾਰਾਜ ਵਿਦਿਆ ਤੇ ਬੜੀ ਪੜ੍ਹੀ ਹੈ, ਗ੍ਰੰਥ ਤੇ ਬੜੇ ਪੜ੍ਹੇ ਨੇ, ਪਰ ਮੇਰੀ ਕਥਾ ਨੂੰ ਸੁਣਦਾ ਕੋਈ ਨਹੀਂ। ਤੁਹਾਡੇ ਕੋਲ ਸੰਗਤਾਂ ਇੱਥੇ ਬੈਠਦੀਆਂ ਦਰਬਾਰ ਵਿੱਚ ਆ ਕੇ, ਜੇ ਤੁਸੀਂ ਹੁਕਮ ਕਰੋ ਤੇ ਮੈਂ ਸ਼ਾਸਤਰਾਂ ਦਾ ਬਚਨ ਸੰਗਤ ਨਾਲ ਸਾਂਝਾ ਕਰਾਂਗਾ, ਤੇ ਸੰਗਤਾਂ ਨੂੰ ਸ਼ਾਸਤਰਾਂ ਦਾ ਬਚਨ ਸੁਣਨ ਵਾਸਤੇ ਮਿਲੇਗਾ, ਗ੍ਰੰਥਾਂ ਦਾ ਬਚਨ ਸੰਗਤਾਂ ਸੁਣਨਗੀਆਂ, ਸੰਗਤਾਂ ਦਾ ਭਲਾ ਹੋਵੇਗਾ, ਸੰਗਤਾਂ ਦਾਨ ਕਰਨਗੀਆਂ, ਉਹਦੇ ਨਾਲ ਮੇਰਾ ਭਲਾ ਹੋਵੇਗਾ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਮਨ ਦੀ ਇੱਛਾ ਪੂਰੀ ਕਰਨ ਵਾਲੇ, ਮਨ ਦਾ ਮਨੋਰਥ ਪੂਰੇ ਕਰਨ ਵਾਲੇ ਸਤਿਗੁਰੂ ਕਹਿਣ ਲੱਗੇ, ਠੀਕ ਹੈ ਭਾਈ, ਸੰਗਤ ਵਿੱਚ ਬੈਠਿਆ ਕਰ, ਵਿਚਾਰ ਸੁਣਾਇਆ ਕਰ, ਸੰਗਤ ਦਾ ਭਲਾ ਹੋਵੇਗਾ, ਤੇਰਾ ਵੀ ਹੋਵੇਗਾ। ਜਦੋਂ ਕੁਝ ਸਮਾਂ ਲੰਘਿਆ, ਕੁਝ ਦਿਨ ਲੰਘੇ, ਰੋਜ਼ ਕਥਾ ਵਿਚਾਰ ਸਰਵਨ ਕਰਵਾਉਂਦਾ, ਸੰਗਤ ਵੱਲੋਂ ਦਾਨ ਪੁੰਨ ਪ੍ਰਾਪਤ ਹੁੰਦਾ। ਜਿਹੜੇ ਇਹਦੇ ਨਾਲ ਦੇ ਪੰਡਤ ਵਿਦਵਾਨ ਸਨ, ਉਹਨਾਂ ਨੂੰ ਇਹਦੇ ਨਾਲ ਈਰਖਾ ਹੋਣੀ ਸ਼ੁਰੂ ਹੋ ਗਈ ਵੀ ਪਹਿਲਾਂ ਤੇ ਸਾਡੇ ਵਾਂਗ ਹੀ ਇਹ ਗਰੀਬ ਸੀਗਾ, ਹੁਣ ਇਹਦੇ ਘਰ ਵਿੱਚ ਚੰਗਾ ਰੋਟੀ ਪਾਣੀ ਬਣਨ ਲੱਗ ਪਿਆ ਹੈ, ਇਹ ਗੁਰੂ ਘਰੇ ਕਿਉਂ ਚਲਾ ਗਿਆ ਹੈ, ਕਿਉਂ ਇਹਨੂੰ ਉੱਥੋਂ ਦਾਨ ਪੁੰਨ ਪ੍ਰਾਪਤ, ਦਾਨ ਕਿਉਂ ਪ੍ਰਾਪਤ ਹੁੰਦਾ। ਉਹ ਜਿਹੜੇ ਨਾਲ ਦੇ ਪੰਡਤ ਸਨ, ਉਹਨਾਂ ਨੇ ਇਹਨੂੰ ਚੁੱਕਣਾ ਸ਼ੁਰੂ ਕੀਤਾ, ਆਪਣੀਆਂ ਗੱਲਾਂ ਵਿੱਚ ਲੈ ਆਏ। ਕਹਿਣ ਲੱਗੇ, ਵੇਖ ਗ੍ਰੰਥ ਤੂੰ ਪੜ੍ਹਿਆ, ਕਥਾ ਤੂੰ ਕਰਦਾ, ਲੋਕ ਜਿੰਨੇ ਦਰਬਾਰ ਵਿੱਚ ਆਉਂਦੇ ਨੇ ਮੱਥਾ ਸਾਰੇ ਗੁਰੂ ਅਰਜਨ ਸਾਹਿਬ ਨੂੰ ਟੇਕਦੇ ਨੇ, ਤੈਨੂੰ ਮੱਥਾ ਟੇਕਣਾ ਚਾਹੀਦਾ। ਗੁਰੂ ਅਰਜਨ ਦੇਵ ਨੂੰ ਕਿਹੜਾ ਗਿਆਨ ਹੈ? ਉਹ ਤੇ ਬੈਠੇ ਨੇ ਆ ਕੇ, ਤੇ ਲੋਕ ਮੱਥਾ ਉਹਨਾਂ ਨੂੰ ਟੇਕਦੇ, ਮਾਇਆ ਉਹਨਾਂ ਕੋਲ ਚਲੇ ਜਾਂਦੀ ਹੈ, ਤੂੰ ਕਥਾ ਸੁਣਾਉਂਦਾ ਰਹਿੰਦਾ। ਅਸਲ ਵਿੱਚ ਮੱਥਾ ਵੀ ਤੈਨੂੰ ਹੀ ਟੇਕਣਾ ਚਾਹੀਦਾ ਲੋਕਾਂ ਨੂੰ ਆ ਕੇ। ਉਹਨਾਂ ਦੀਆਂ ਗੱਲਾਂ ਵਿੱਚ ਆ ਗਿਆ, ਮਹਾਰਾਜ ਦੇ ਘਰੋਂ ਆਉਣਾ ਬੰਦ ਕਰ ਦਿੱਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਭੇਜਿਆ, ਕਹਿਣ ਲੱਗੇ, ਜਾਓ ਵਿਦਵਾਨ ਨੂੰ ਪੁੱਛੋ ਕਿਤੇ ਬਿਮਾਰ ਤਾਂ ਨਹੀਂ ਹੋ ਗਿਆ, ਕੋਈ ਸੰਕਟ ਕੋਈ ਮੁਸੀਬਤ ਤੇ ਨਹੀਂ ਪੈ ਗਈ ਵੀ ਜਿਹੜਾ ਆਉਂਦਾ ਨਹੀਂ ਕਥਾ ਕਰਨ ਵਾਸਤੇ। ਤੇ ਜਦੋਂ ਜਾ ਕੇ ਉਸ ਨੂੰ ਪੁੱਛਿਆ ਤੇ ਉਹ ਹੰਕਾਰ ਦਾ ਭਰਿਆ ਹੋਇਆ ਕਹਿਣ ਲੱਗਾ ਵੀ ਮੈਂ ਨਹੀਂ ਕਥਾ ਕਰਾਂਗਾ, ਕਥਾ ਮੈਂ ਤਾਂ ਕਰਾਂਗਾ ਵੀ ਮੱਥਾ ਵੀ ਮੈਨੂੰ ਹੀ ਟੇਕੋ ਆ ਕੇ, ਤੇ ਫਿਰ ਮੈਂ ਕਥਾ ਕਰਾਂਗਾ। ਜੇ ਮੱਥਾ ਤੁਸੀਂ ਗੁਰੂ ਅਰਜਨ ਸਾਹਿਬ ਨੂੰ ਟੇਕਣਾ, ਫਿਰ ਕਥਾ ਉਹਨਾਂ ਕੋਲੋਂ ਸੁਣੋ, ਮੈਂ ਨਹੀਂ ਸੁਣਾ ਸਕਦਾ। ਜਦੋਂ ਇਹ ਗੱਲ ਕਹੀ ਨਾ, ਤੇ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹ ਤੇ ਇਹ ਬਚਨ ਕਰਦਾ ਪਿਆ, ਉਹ ਤੇ ਹੰਕਾਰੀ ਹੋ ਗਿਆ, ਆਪ ਜੀ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣਿਆ ਜਦੋਂ ਬਚਨ, ਤੇ ਸਿੱਖਾਂ ਨੇ ਬੇਨਤੀ ਕੀਤੀ, ਬਾਬਾ ਬੁੱਢਾ ਸਾਹਿਬ ਵਰਗਿਆਂ ਨੇ, ਮਹਾਰਾਜ ਦੁਨੀਆ ਵਿੱਚ ਇੱਕ ਮਨੌਤ ਹੈ। ਮਨੌਤ ਕੀ ਹੈ? ਵੀ ਮਹੀਨੇ ਦਾ ਨਾਮ ਕਿਸੇ ਧਾਰਮਿਕ ਵਿਅਕਤੀ ਕੋਲੋਂ ਸੁਣਨਾ ਚਾਹੀਦਾ, ਤੇ ਮਹੀਨਾ ਚੰਗਾ ਲੰਘਦਾ। ਤੇ ਬਚਨ ਇਹ ਆ ਵੀ ਮਹਾਰਾਜ ਅਸੀਂ ਤੇ ਹਰ ਮਹੀਨੇ ਨਾਮ ਸੁਣਨਾ ਪਵੇਗਾ, ਤੇ ਅਸੀਂ ਇਹਨਾਂ ਕੋਲ ਜਾਵਾਂਗੇ, ਕਈ ਸ਼ਰਤਾਂ ਰੱਖਣਗੇ, ਤੁਸੀਂ ਇਹੋ ਜੀ ਸੌਖੀ ਬਾਣੀ ਲਿਖੋ, ਸਾਨੂੰ ਕਿਸੇ ਕੋਲ ਜਾਣਾ ਨਾ ਪਵੇ, ਅਸੀਂ ਘਰੇ ਬੈਠਿਆਂ ਬਾਣੀ ਦਾ ਪਾਠ ਕਰੀਏ, ਸਾਨੂੰ ਮਹੀਨੇ ਦਾ ਨਾਮ ਵੀ ਪਤਾ ਚੱਲ ਜਾਵੇ, ਔਰ ਉਸ ਮਹੀਨੇ ਵਿੱਚ ਕਰਨਾ ਕੀ ਹੈ ਉਪਦੇਸ਼ ਵੀ ਸਾਨੂੰ ਇਹ ਮਿਲ ਜਾਵੇ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਇਸ ਬਾਣੀ ਨੂੰ ਲਿਖਿਆ। ਇਹ ਬਾਣੀ ਲਿਖੀ ਹੈ ਅੰਮ੍ਰਿਤਸਰ ਦੀ ਧਰਤੀ 'ਤੇ। ਜਦੋਂ ਆਪਾਂ ਜਾਂਦੇ ਹਾਂ ਨਾ ਬਾਬਾ ਦੀਪ ਸਿੰਘ ਦੇ ਸਥਾਨ 'ਤੇ ਮੱਥਾ ਟੇਕਣ ਵਾਸਤੇ, ਉਸ ਸਥਾਨ ਦੇ ਬਿਲਕੁਲ ਨਾਲ ਇੱਕ ਛੋਟਾ ਜਿਹਾ ਸਥਾਨ ਬਣਿਆ, ਉਸ ਨੂੰ ਕਿਹਾ ਜਾਂਦਾ ਰਾਮਸਰ। ਤੇ ਸਤਿਗੁਰੂ ਪਾਤਸ਼ਾਹ ਉੱਥੇ ਗੁਰਬਾਣੀ ਲਿਖਵਾਉਂਦੇ ਸਨ, ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਤੇ ਇਸ ਬਾਣੀ ਨੂੰ ਮਹਾਰਾਜ ਨੇ ਉਚਾਰਿਆ ਮੰਜੀ ਸਾਹਿਬ 'ਤੇ ਬੈਠ ਕੇ, ਜਿੱਥੋਂ ਆਪ ਜੀ ਸਵੇਰੇ ਅੰਮ੍ਰਿਤ ਵੇਲੇ ਕਥਾ ਸਰਵਨ ਕਰਦੇ ਹੋ ਨਾ ਟੈਲੀਵਿਜ਼ਨ ਦੇ ਉੱਪਰ, ਉਸ ਸਥਾਨ ਦੇ ਬਾਰ-ਬਾਰ ਅੱਜ ਵੀ ਮਹਾਰਾਜ ਦੀ ਉਹ ਯਾਦਗਾਰ ਉਹ ਪਾਲਕੀ ਬਣੀ ਹੋਈ ਹੈ, ਜਿੱਥੇ ਮਹਾਰਾਜ ਥੜੇ 'ਤੇ ਬੈਠੇ ਸਨ। ਤੇ ਇਸ ਬਾਣੀ ਨੂੰ ਮਹਾਰਾਜ ਨੇ ਉਸ ਵੇਲੇ ਸਾਡੇ ਭਲੇ ਵਾਸਤੇ ਮਹਾਰਾਜ ਨੇ ਬਖਸ਼ਿਆ। ਤੇ ਇਹ ਬਾਣੀ ਲਿਖ ਕੇ ਮਹਾਰਾਜ ਕਹਿਣ ਲੱਗੇ, ਜਿਹੜਾ ਇਸ ਬਾਣੀ ਦਾ ਪਾਠ ਕਰੇਗਾ ਉਸ ਨੂੰ ਮਹੀਨੇ ਦਾ ਫਲ ਪ੍ਰਾਪਤ ਹੋਵੇਗਾ, ਮਹਾਤਮ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਇਹ ਜਿਹੜੀ ਬਾਣੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਬਖਸ਼ੀ ਹੈ। ਨਾਮ ਰੱਖਿਆ 12 ਮਾਹ, ਮਾਹ ਨਾਮ ਮਹੀਨੇ ਦਾ,
ਤੇ 12 ਨਾਮ ਗਿਣਤੀ ਦਾ 12 ਮਹੀਨਿਆਂ ਦਾ ਉਪਦੇਸ਼ ਕੀ ਬਖਸ਼ਿਸ਼ ਕਰਦੇ ਨੇ ਉਹ ਆਪਾਂ ਸਰਵਣ ਕਰਾਂਗੇ। ਆਓ ਮਨ ਬਿਰਤੀਆਂ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰ ਜਨਾ ਹਰ ਸਗਣ ਪ੍ਰਗਟੇ ਆਏ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਫਲ ਗੁਣ ਤੋਂ ਭਾਵ ਹੈ ਫੱਗਣ ਦਾ ਮਹੀਨਾ। ਬੇਨਤੀ ਇਹ ਹੈ ਕਿ ਥੋੜਾ ਜਿਹਾ ਚੁੱਪ ਦਾ ਦਾਨ ਬਖਸ਼ਿਸ਼ ਕਰੋ, ਸ਼ੋਰ ਸ਼ਰਾਬੇ ਨੂੰ ਥੋੜਾ ਜਿਹਾ ਘੱਟ ਕਰੋ ਤਾਂ ਕਿ ਸਮਝ ਆਵੇ। ਫਲਗੁਣ ਤੋਂ ਭਾਵ ਹੈ ਫੱਗਣ ਦਾ ਮਹੀਨਾ। ਫੱਗਣ ਦੇ ਮਹੀਨੇ ਵਿੱਚ ਉਹਨਾਂ ਹਿਰਦਿਆਂ ਵਿੱਚ ਆਨੰਦ ਪੈਦਾ ਹੋਇਆ ਜਿਨ੍ਹਾਂ ਹਿਰਦਿਆਂ ਵਿੱਚ ਹਰੀ ਸੱਜਣ ਆ ਕੇ ਪ੍ਰਗਟ ਹੋਇਆ। ਹੁਣ ਉਹ ਪ੍ਰਮਾਤਮਾ ਹੈ ਤੇ ਸਾਡੇ ਸਾਰਿਆਂ ਦੇ ਅੰਦਰ। ਜਿਮੀ ਜਮਾਨ ਕਹਿ ਬਿਖੈ ਸਮਸਤ ਏਕ ਜੋਤ ਹੈ। ਜਿਮੀ ਨਾਮ ਹੈ ਧਰਤੀ ਦਾ, ਜਮਾਨ ਨਾਮ ਹੈ ਆਕਾਸ਼ ਦਾ। ਮਹਾਰਾਜ ਕਹਿੰਦੇ ਧਰਤੀ ਵਿੱਚ ਵੀ ਉਹਦੀ ਜੋਤ ਹੈ, ਆਕਾਸ਼ ਵਿੱਚ ਵੀ ਉਹਦੀ ਜੋਤ ਹੈ। ਤੇ ਧਰਤੀ ਦੇ ਕਣ ਕਣ ਦੇ ਵਿੱਚ ਜਿਹੜਾ ਵਸਿਆ ਹੋਇਆ ਬੰਦਿਆ ਤੇਰੇ ਹਿਰਦੇ ਵਿੱਚ ਵੀ ਵਸਿਆ ਹੋਇਆ, ਪਰ ਫਰਕ ਇਹ ਹੈ ਵੀ ਤੇਰੇ ਕੋਲੋਂ ਪ੍ਰਗਟ ਨਹੀਂ ਹੋਇਆ, ਛੁਪਿਆ ਬੈਠਾ ਤੇਰੇ ਅੰਦਰ। ਹੁਣ ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਪਰ ਪਾਣੀ ਤੁਹਾਨੂੰ ਲਿਆਉਣ ਵਾਸਤੇ, ਪੀਣ ਵਾਸਤੇ ਯਤਨ ਕਰਨਾ ਪਵੇਗਾ, ਮੋਟਰ ਲਾਉਣੀ ਪਵੇਗੀ, ਟਿਊਬਵੈੱਲ ਲਾਉਣਾ ਪਵੇਗਾ, ਖੂਹ ਪੱਟਣਾ ਪਵੇਗਾ, ਫਿਰ ਪਾਣੀ ਨਿਕਲੇਗਾ, ਪੀਓਗੇ ਤਾਂ। ਪਰ ਹੈ ਸਾਰੀ ਧਰਤੀ ਥੱਲੇ ਹੀ ਪਾਣੀ। ਇਸੇ ਤਰ੍ਹਾਂ ਪ੍ਰਮਾਤਮਾ ਹੈ ਸਾਰਿਆਂ ਦੇ ਵਿੱਚ ਹੀ ਹੈ, ਪਰ ਪ੍ਰਮਾਤਮਾ ਪ੍ਰਾਪਤ ਉਹਨਾਂ ਨੂੰ ਹੈ ਜਿਨ੍ਹਾਂ ਨੇ ਪ੍ਰਗਟ ਕੀਤਾ ਹੈ, ਜਿਨ੍ਹਾਂ ਦੇ ਅੰਦਰ ਸਾਖਿਆਤ ਹੋਇਆ। ਹਰ ਸੱਜਣ ਪ੍ਰਗਟੇ ਆਏ। ਪ੍ਰਮਾਤਮਾ ਸੱਜਣ ਹੈ ਨਾ ਇਸ ਲੋਕ ਦਾ, ਤੇ ਸੱਜਣ ਹੈ ਪਰਲੋਕ ਦਾ। ਇਸ ਲੋਕ ਦੇ ਵਿੱਚ ਵੀ ਉਹ ਤੱਤੀ ਵਾਲ ਨਹੀਂ ਲੱਗਣ ਦਿੰਦਾ। ਜਿਹੜੇ ਜਿਹੜੇ ਉਹਦੀ ਸ਼ਰਨ ਵਿੱਚ ਆਏ ਨੇ ਉਹਨਾਂ ਨੂੰ ਇਸ ਲੋਕ ਦੇ ਵਿੱਚ ਵੀ ਉਸਨੇ ਆਪਣੀ ਸ਼ਰਨ ਆਇਆ ਕੱਢ ਲਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹਿੰਦੇ ਤੇ 22 ਧਾਰ ਦੇ ਰਾਜੇ ਮਹਾਰਾਜ ਨਾਲ ਵੈਰ ਕਰਦੇ ਤੇ ਮਹਾਰਾਜ ਨਾਲ ਜੰਗ ਵੀ ਕਰਦੇ, ਜੰਗ ਵਿੱਚ ਹਾਰ ਜਾਂਦੇ। ਇੱਕ ਦਿਨ ਇਹਨਾਂ ਨੇ ਕੀ ਕੀਤਾ, ਇੱਕ ਆਪਣਾ ਜਸੂਸ ਭੇਜਿਆ ਮਹਾਰਾਜ ਦੇ ਕੋਲ। ਜਸੂਸ ਨੂੰ ਆਖਿਆ ਤੂੰ ਸਿੱਖ ਬਣ ਕੇ ਜਾ। ਸਾਰਾ ਭੇਜ ਲਿਆ ਵੀ ਮਹਾਰਾਜ ਦੇ ਕੋਲ ਸੂਰਮੇ ਕਿੰਨੇ ਨੇ, ਲੜਨ ਵਾਲੇ ਕਿੰਨੇ ਨੇ, ਸੰਗਤ ਕਿੰਨੀ ਆਉਂਦੀ ਹੈ, ਮਾਇਆ ਕਿੰਨੀ ਕੁ ਹੈ, ਹਥਿਆਰ ਕਿੰਨੇ ਕੁ, ਸਾਰਾ ਕੁਝ ਸਾਨੂੰ ਦੱਸ। ਤੇ ਉਹ ਜਿਹੜਾ ਜਸੂਸ ਹੈ ਮਹਾਰਾਜ ਦੀ ਫੌਜ ਵਿੱਚ ਆ ਕੇ ਭਰਤੀ ਹੋ ਗਿਆ। ਇੱਥੋਂ ਰੋਜ਼ ਖਬਰ ਦਿੰਦਾ ਹੈ ਮਹਾਰਾਜ ਦੇ ਇੰਨੇ ਸਿਪਾਹੀ ਲੜਨ ਵਾਲੇ ਨੇ, ਇੰਨੇ ਸੇਵਾ ਕਰਨ ਵਾਲੇ ਨੇ, ਇੰਨੀ ਰੋਜ਼ ਸੰਗਤ ਆਉਂਦੀ ਹੈ, ਇੰਨੇ ਮਹਾਰਾਜ ਦੇ ਕੋਲ ਹਾਥੀ ਘੋੜੇ ਨੇ। ਪਰ ਸਿੱਖਾਂ ਦਾ ਜਿਵੇਂ ਜਿਵੇਂ ਜੀਵਨ ਵੇਖਦਾ ਨਾ, ਗੁਰੂ ਕੇ ਸਿੱਖ ਜਿਹੜੇ ਮਹਾਰਾਜ ਦੇ ਕੋਲ ਰਹਿੰਦੇ, ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਉਹਨਾਂ ਦੀ ਸੰਗਤ ਵਿੱਚ ਰਹਿੰਦਾ ਹੈ। ਤੇ ਇਸ ਜਸੂਸ ਦਾ ਜਿਹੜਾ ਮਨ ਸੀ ਨਾ ਬਦਲ ਗਿਆ ਵੀ ਇਹ ਤੇ ਸੱਚ ਦੇ ਉੱਪਰ ਚੱਲੇ ਹੋਏ ਨੇ, ਨਾਮ ਜਪਣ ਵਾਲੇ ਨੇ, ਕਿਸੇ ਦੀ ਜ਼ਮੀਨ ਜਾਇਦਾਦ ਵਾਸਤੇ ਨਹੀਂ ਲੜਦੇ ਪਏ ਤੇ ਆਪਣੇ ਹੱਕ ਵਾਸਤੇ ਲੜਦੇ। ਤੇ ਮੈਂ ਇਹਨਾਂ ਦੇ ਨਾਲ ਧੋਖਾ ਕਰਦਾ ਤੇ ਜਿਹੜਾ ਮੇਰਾ ਰਾਜਾ ਦੁਨੀ ਚੰਦ ਹੈ ਤੇ ਉਹ ਜਿਹੜਾ ਭੀਮ ਚੰਦ, ਵਾਹਿਗੁਰੂ ਜੀ ਰਾਜੇ ਦਾ ਨਾਮ ਹੈ ਭੀਮ ਚੰਦ, ਭੀਮ ਚੰਦ ਤੇ ਜਾਣ ਕੇ ਇਹਨਾਂ ਨਾਲ ਵੈਰ ਕਰਦਾ। ਤੇ ਉਸ ਵੇਲੇ ਉਸਨੇ ਆਖਿਆ ਵੀ ਹੁਣ ਮੈਂ ਉਹ ਝੂਠੇ ਬਾਦਸ਼ਾਹ ਦੀ ਰਾਜੇ ਦੀ ਨੌਕਰੀ ਨਹੀਂ ਕਰਨੀ, ਨੌਕਰੀ ਕਰਾਂਗਾ ਤੇ 10ਵੇਂ ਪਾਤਸ਼ਾਹ ਦੀ ਕਰਾਂਗਾ। ਮਨ ਭਿੱਜ ਗਿਆ ਸਿੱਖਾਂ ਦਾ ਜੀਵਨ ਵੇਖ ਕੇ। ਤੇ ਇੱਕ ਦਿਨ ਗਿਆ ਭੀਮ ਚੰਦ ਦੇ ਕੋਲ, ਜਾ ਕੇ ਕਹਿਣ ਲੱਗਾ ਵੀ ਜਿੰਨੀਆਂ ਤੈਨੂੰ ਖਬਰਾਂ ਦਿੱਤੀਆਂ ਬਿਲਕੁਲ ਸਹੀ ਨੇ, ਕਿਉਂਕਿ ਮੈਂ ਤੇਰੇ ਘਰ ਦਾ ਲੂਣ ਖਾਧਾ, ਤੇਰੇ ਘਰ ਤੋਂ ਤਨਖਾਹ ਲਈ ਹੈ, ਪਰ ਅੱਜ ਤੋਂ ਬਾਅਦ ਮੈਂ ਗੁਰੂ ਕੀ ਕਿਸੇ ਵੀ ਸਿੱਖ ਦੀ ਜਾਂ ਗੁਰੂ ਘਰ ਦੀ ਤੈਨੂੰ CID ਨਹੀਂ ਦੇਵਾਂਗਾ। ਕਾਰਨ ਕੀ ਹੈ, ਤੂੰ ਝੂਠਾ ਹੈ ਅਤੇ ਗੁਰੂ ਪਾਤਸ਼ਾਹ ਸੱਚੇ ਨੇ, ਉਹਨਾਂ ਦੇ ਸਿੱਖ ਜੀਵਨ ਵਾਲੇ, ਬਾਣੀ ਪੜ੍ਹਨ ਵਾਲੇ ਹੱਕ ਵਾਸਤੇ ਲੜਦੇ ਪਏ, ਤੂੰ ਬੇਈਮਾਨੀ ਕਰਦਾ ਪਿਆ। ਤੇ ਜਦੋਂ ਇਸ ਜਸੂਸ ਨੇ ਇਹ ਗੱਲ ਕਹੀ ਨਾ ਰਾਜੇ ਨੂੰ, ਤੇ ਰਾਜੇ ਨੂੰ ਗੁੱਸਾ ਆ ਗਿਆ। ਆਪਣੇ ਮੰਤਰੀਆਂ ਨੂੰ ਕਹਿਣ ਲੱਗਾ ਇਹ ਤੇ ਵਿਕ ਗਿਆ ਹੈ, ਇਹ ਤੇ ਗੁਰੂ ਗੋਬਿੰਦ ਸਿੰਘ ਤੋਂ ਮੇਰੇ ਨਾਲੋਂ ਵੱਧ ਇਹਨੇ ਉੱਥੋਂ ਪੈਸੇ ਲੈ ਲਏ ਨੇ, ਵਿਕ ਗਿਆ, ਤਾਂ ਉਹਨਾਂ ਦੀ ਤਾਰੀਫ ਕਰਦਾ ਤੇ ਮੈਨੂੰ ਤਾਂ ਇਸ ਤਰ੍ਹਾਂ ਕਹਿੰਦਾ। ਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ਕਹਿਣ ਲੱਗਾ ਇਸ ਨੂੰ ਬੰਨ੍ਹ ਕੇ ਲੈ ਜਾਓ ਪਹਾੜੀ ਦੇ ਉੱਪਰ, ਤੇ ਤੱਤੀਆਂ ਸਲਾਖਾਂ ਕਰਕੇ ਨਾ, ਲੋਹੇ ਦੇ ਤੱਤੀਆਂ ਰਾੜ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਫੇਰ ਕੇ ਅੰਨਾ ਕਰ ਦਿਓ, ਤੇ ਇਸ ਨੂੰ ਪਹਾੜੀ ਤੋਂ ਥੱਲੇ ਸੁੱਟ ਦਿਓ, ਧੱਕਾ ਮਾਰ ਦਿਓ, ਸਾਡੇ ਕੰਮ ਦਾ ਨਹੀਂ ਹੈ, ਸਾਡੇ ਦੁਸ਼ਮਣ ਦੀ ਤਾਰੀਫ ਕਰਦਾ ਹੈ, ਸਾਡੀ ਬਦਨਾਮੀ ਕਰਦਾ ਪਿਆ। ਤੇ ਜਦੋਂ ਭੀਮ ਚੰਦ ਰਾਜੇ ਦਾ ਹੁਕਮ ਹੋਇਆ ਤੇ ਕਹਿਣ ਲੱਗੇ, ਉਸੇ ਵੇਲੇ ਜਲਾਦਾਂ ਨੇ ਫੜਿਆ ਤੇ ਉਸ ਜਸੂਸ ਨੂੰ ਲਿਆ ਕੇ ਤੱਤੀਆਂ ਸਲਾਖਾਂ ਕਰਕੇ ਜਦੋਂ ਉਹਦੀਆਂ ਅੱਖਾਂ ਨੇਤਰਾਂ ਵਿੱਚ ਫੇਰਨ ਲੱਗੇ ਤੇ ਕਹਿਣ ਲੱਗੇ ਬੱਧਾ ਹੋਇਆ ਵਿਚਾਰਾ ਰੱਸੇ ਦੇ ਨਾਲ, ਤੇ ਉਸਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਾਰਿਆ।
ਮਨ ਹੀ ਮਨ ਅਰਦਾਸ ਕੀਤੀ, ਮਹਾਰਾਜ ਮੈਂ ਇਹਨਾਂ ਦਾ ਬੱਧਾ ਹੋਇਆ ਫੜਿਆ ਹੋਇਆ ਕਿਰਪਾ ਕਰਕੇ ਰੱਖਿਆ ਕਰੋ, ਮੇਰਾ ਬਚਾਅ ਕਰੋ। ਤੇ ਜਦੋਂ ਇਹ ਧਿਆਨ ਉਹਨੇ ਨੇਤਰਾਂ ਵਿੱਚ ਧਾਰਿਆ ਤੇ ਇੱਧਰੋਂ ਜਲਾਦਾਂ ਨੇ ਕਹਿਣ ਲੱਗੇ ਉਹ ਜਿਹੜੀਆਂ ਸਲਾਈਆਂ ਸਨ ਉਹਦੀਆਂ ਅੱਖਾਂ ਵਿੱਚ ਫੇਰ ਦਿੱਤੀਆਂ। ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਘਰ ਮਹਿਲਾਂ ਵਿੱਚ ਬੈਠੇ ਹੋਏ ਸਨ ਤੇ ਉਸ ਵੇਲੇ ਮਾਤਾ ਗੁਜਰੀ ਜੀ ਕੋਲ ਬੈਠੇ ਹੋਏ ਹੋਰ ਵੀ ਸੰਗਤਾਂ, ਕੁਝ ਪ੍ਰੇਮ ਵਾਲੀਆਂ ਕੁਝ ਨੇਮ ਵਾਲੀਆਂ ਬੈਠੀਆਂ ਹੋਈਆਂ। ਤੇ ਮਾਤਾ ਗੁਜਰੀ ਜੀ ਕਹਿਣ ਲੱਗੇ ਪੁੱਤਰ, ਮਾਸ ਦੇ ਸੜਨ ਦੀ, ਸਰੀਰ ਦੇ ਮਾਸ ਦੇ ਸੜਨ ਦੀ ਜਿਹੜੀ ਮਹਿਕ ਆਉਂਦੀ ਪਈ ਹੈ, ਲੱਗਦਾ ਜਿਵੇਂ ਕੋਈ ਮਾਸ ਸੜਿਆ ਹੁੰਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਮਾਤਾ ਜੀ ਇੱਕ ਸਾਡਾ ਇੱਕ ਸਿੱਖ ਹੈ, ਉਸਨੇ ਆਪਣੇ ਨੇਤਰਾਂ ਦੇ ਵਿੱਚ ਸਾਡੇ ਚਰਨ ਵਸਾਲੇ ਨੇ, ਸਾਡੇ ਚਰਨਾਂ ਦਾ ਧਿਆਨ ਧਾਰੀ ਬੈਠਾ ਹੈ। ਦੁਸ਼ਮਣ ਉਹਦੀਆਂ ਅੱਖਾਂ ਦੇ ਵਿੱਚ ਸਲਾਈਆਂ ਫੇਰਦਾ ਪਿਆ, ਉਹਦੀਆਂ ਅੱਖਾਂ ਦੀਆਂ ਫਿਰਨ ਵਾਲੀਆਂ ਸਲਾਈਆਂ ਜਿਹੜੀਆਂ ਨੇ ਅਸੀਂ ਆਪਣੇ ਚਰਨਾਂ ਤੇ ਲੈ ਲਈਆਂ ਨੇ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਉਹਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਕਿਉਂਕਿ ਬੱਧਾ ਹੋਇਆ ਉਹ ਸਾਡੇ ਚਰਨਾਂ ਦਾ ਧਿਆਨ ਧਾਰੀ ਬੈਠਾ ਹੈ ਤੇ ਅਸੀਂ ਉਹਦੇ ਧਿਆਨ ਦੇ ਵਿੱਚ ਉਹਦਾ ਦੁੱਖ, ਉਹਦਾ ਸੰਕਟ ਆਪਣੇ ਤੇ ਲੈ ਲਿਆ। ਤੇ ਸਤਿਗੁਰੂ ਮਹਾਰਾਜ ਜੀਆਂ ਦੇ ਉਸ ਵੇਲੇ ਵੈਦ ਆਏ, ਚਰਨਾਂ ਤੇ ਪੱਟੀਆਂ ਬੱਧੀਆਂ। ਇੰਨੇ ਚਰ ਨੂੰ ਉਹ ਜਿਹੜਾ ਜਸੂਸ ਸੀ ਨਾ, ਜਿਹਨੂੰ ਧੱਕਾ ਮਾਰ ਕੇ ਪਹਾੜੀ ਤੋਂ ਥੱਲੇ ਸੁੱਟਿਆ, ਡਿੱਗਦਾ ਢਹਿੰਦਾ ਮਹਾਰਾਜ ਦੇ ਕੋਲ ਆਇਆ, ਆ ਕੇ ਮੱਥਾ ਟੇਕਦਾ ਤੇ ਵੇਖਦਾ ਵੀ ਮਹਾਰਾਜ ਦੇ ਚਰਨਾਂ ਤੇ ਪੱਟੀ ਬੱਧੀ ਹੋਈ ਹੈ। ਤੇ ਸਤਿਗੁਰਾਂ ਨੂੰ ਪੁੱਛਿਆ, ਕਹਿਣ ਲੱਗਾ ਮਹਾਰਾਜ ਪੱਟੀਆਂ ਕਿਉਂ ਬੱਧੀਆਂ? ਸਤਿਗੁਰੂ ਕਹਿਣ ਲੱਗੇ, ਭਾਈ ਜਦੋਂ ਤੇਰੇ ਨੇਤਰਾਂ ਦੇ ਵਿੱਚ ਉਹ ਸਲਾਈ ਫੇਰਦੇ ਪਏ ਸੀ ਨਾ ਤੇ ਤੂੰ ਸਾਡੇ ਉਸ ਵੇਲੇ ਚਰਨਾਂ ਦਾ ਧਿਆਨ ਧਾਰਿਆ, ਅਸੀਂ ਤੇਰੇ ਨੇਤਰਾਂ ਦੀਆਂ ਉਹ ਸਲਾਈਆਂ ਤੱਤੀਆਂ ਅੱਖਾਂ ਵਿੱਚ ਫਿਰਨ ਵਾਲੀਆਂ ਆਪਣੇ ਚਰਨਾਂ ਤੇ ਲੈ ਲਈਆਂ। ਪਰ ਭਾਈ ਪਿਆਰਿਆ, ਬਚਨ ਇਹ ਹੈ, ਜੇ ਕਿਤੇ ਉਸ ਵੇਲੇ ਤੂੰ ਸਾਡੇ ਨੇਤਰਾਂ ਦਾ ਧਿਆਨ ਧਾਰਨ ਕਰ ਲੈਂਦਾ, ਅਸੀਂ ਤੇਰੇ ਨੇਤਰਾਂ ਦੀਆਂ ਸਲਾਈਆਂ ਆਪਣੇ ਨੇਤਰਾਂ ਤੇ ਲੈ ਲੈਣੀਆਂ ਸੀ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਜੀਵਨ ਨੂੰ ਧਿਆਨ ਵਿੱਚ ਲਿਆ ਕੇ ਇੱਕ ਵਾਰੀ ਆਖੀਏ ਸਤਨਾਮ। ਐਸਾ ਗੁਰੂ ਹੈ, ਗੁਰੂ ਐਸਾ ਸੱਜਣ ਹੈ ਜਿਹੜਾ ਲੋਕ ਦੇ ਵਿੱਚ ਵੀ ਤੱਤੀ ਵਾਹ ਨਹੀਂ ਲੱਗਣ ਦਿੰਦਾ। ਤੇ ਜਦੋਂ ਗੁਰੂ ਕਿਹਾ ਸਿੱਖਾ ਤੂੰ ਸਰੀਰ ਛੱਡ ਕੇ ਪਰਲੋਕ ਨੂੰ ਜਾਏਗਾ ਨਾ, ਤੇ ਗੁਰੂ ਤੈਨੂੰ ਪਰਲੋਕ ਦੇ ਵਿੱਚ ਵੀ ਜਮਾਂ ਦੀ ਮਾਰ ਨਹੀਂ ਖਾਣ ਦੇਵੇਗਾ, ਤੈਨੂੰ ਬਚਾ ਲਵੇਗਾ। ਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਸ੍ਰੇਸ਼ਟ ਆਦਰ ਜੀ ਆਇਆਂ ਵਾਲਾ ਤੈਨੂੰ ਪਰਲੋਕ ਦੇ ਵਿੱਚੋਂ ਮਿਲੇਗਾ, ਦਰਗਾਹ ਦੇ ਵਿੱਚ ਮਿਲੇਗਾ। ਪਰ ਉਦੋਂ ਮਿਲੇਗਾ ਜਦੋਂ ਤੂੰ ਗੁਰੂ ਨੂੰ ਆਪਣੇ ਹਿਰਦੇ ਵਿੱਚ ਪ੍ਰਾਪਤ ਕਰ ਲਵੇਂਗਾ, ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਵੇਂਗਾ ਨਾ। ਤੇ ਫਿਰ ਹਰ ਸੱਜਣ ਪ੍ਰਗਟੇ ਆਏ, ਗੁਰੂ ਇਹੋ ਜਿਹਾ ਸੱਜਣ ਹੈ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਤੇਰਾ ਮਿੱਤਰ ਬਣੇਗਾ, ਨਾ ਇੱਥੇ ਤੱਤੀ ਵਾਹ ਲੱਗਣ ਦਿੰਦਾ, ਨਾ ਜਮਾਂ ਦੇ ਕੋਲੋਂ ਮਾਰ ਪੈਣ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਫਲਗੁਣ ਸੋ ਆਨੰਦ ਉਪਾਰਜਣਾ। ਫੱਗਣ ਦੇ ਮਹੀਨੇ ਵਿੱਚ ਉਹਨਾਂ ਹਿਰਦਿਆਂ ਵਿੱਚ ਆਨੰਦ ਪੈਦਾ ਹੁੰਦਾ ਹੈ। ਹਰ ਸੱਜਣ ਪ੍ਰਗਟੇ ਆਏ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਸੱਜਣ ਬਣ ਕੇ ਪ੍ਰਗਟ ਹੋਇਆ ਹੈ ਤੇ ਸਾਰਿਆਂ ਦੇ ਵਿੱਚ ਹੀ ਹੈ, ਪਰ ਪ੍ਰਗਟ ਕਿਸੇ ਵਿਰਲੇ ਦੇ ਹੋਇਆ। ਪਰ ਜਿਨ੍ਹਾਂ ਦੇ ਹੋ ਜਾਂਦਾ ਉਹਨਾਂ ਨੂੰ ਐਸੀਆਂ ਦਾਤਾਂ ਮਿਲਦੀਆਂ, ਉਹ ਲੋਕ ਦਾ ਵੀ ਸਹਾਈ ਤੇ ਪਰਲੋਕ ਦਾ ਵੀ ਸਹਾਈ ਹੋ ਜਾਂਦਾ ਹੈ। ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ। ਪਰ ਉਸ RAM ਨੂੰ ਮਿਲਣ ਵਾਸਤੇ ਜਿਹੜੇ ਸੰਤ ਨੇ ਨਾ, ਉਹ ਮਦਦ ਕਰਦੇ ਨੇ। ਜਿਵੇਂ ਬੇੜੀ ਨੂੰ ਅੱਗੇ ਵਧਾਉਣ ਵਾਸਤੇ ਚੱਪੂ ਲਾਉਣਾ ਪੈਂਦਾ, ਜਹਾਜ਼ ਨੂੰ ਅੱਗੇ ਚਲਾਉਣ ਵਾਸਤੇ ਇੰਜਨ ਲਾਉਣਾ ਪੈਂਦਾ, ਇਸੇ ਤਰ੍ਹਾਂ ਰੱਬ ਨੂੰ ਮਿਲਣ ਵਾਸਤੇ ਵੀ ਸਾਧੂ ਸੰਤ ਦੇ ਹਮਾਇਤ ਜ਼ਰੂਰੀ ਹੈ, ਉਹਨਾਂ ਦੀ ਬਰਕਤ ਜ਼ਰੂਰੀ ਹੈ। ਕਿਉਂਕਿ ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਲਾਏ। ਰੱਬ ਦੇ ਭਗਤ ਹੁੰਦੇ ਹੀ ਪਰਉਪਕਾਰ ਕਰਨ ਵਾਸਤੇ, ਉਪਦੇਸ਼ ਦੇ ਕੇ ਦੁਨੀਆ ਨੂੰ ਨਾਮ ਦੇ ਨਾਲ ਜੋੜ ਕੇ ਪਰਮੇਸ਼ਰ ਨਾਲ ਮਿਲਾ ਦਿੰਦੇ। ਦੁਨੀਆ ਵਿੱਚ ਬੜਾ ਵੱਡਾ ਭਗਤ ਹੋਇਆ, ਭਗਤ ਧਰੂ। ਤੇ ਕਹਿਣ ਲੱਗੇ, ਜਦੋਂ ਮਾਂ ਨੇ ਆਖਿਆ ਨਾ ਪੁੱਤਰ ਨਾਮ ਜਪੇਗਾ ਤੇ ਤੈਨੂੰ ਰਾਜ ਮਿਲੇਗਾ, ਤੇ ਚੱਲ ਪਿਆ। ਹੁਣ ਬੱਚੇ ਨੂੰ ਕੀ ਪਤਾ ਵੀ ਨਾਮ ਕਿਵੇਂ ਜਪਣਾ, ਨਾਮ ਹੁੰਦਾ ਕੀ ਹੈ, ਇਹ ਵੀ ਨਹੀਂ ਪਤਾ। ਧਰੂ ਦੀ ਉਮਰਾਂ ਕਿੰਨੀ ਹੈ? ਕੇਵਲ 5 ਸਾਲ ਦੀ ਹੈ। ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਵੀ 5 ਸਾਲ ਦਾ ਸੀ ਧਰੂ ਭਗਤ, ਜਦੋਂ ਘਰ ਛੱਡ ਕੇ ਤੇ ਨਾਮ ਜਪਣ ਚੱਲਿਆ। ਤੇ ਆਪਾਂ ਸਾਖੀ ਸੁਣਦੇ ਆ ਨਾ ਵੀ ਉਹਨੂੰ ਜਦੋਂ ਆਪਣੇ ਬਾਪ ਦੀ ਗੋਦੀ ਵਿੱਚ ਬੈਠਣ ਲੱਗਾ ਤੇ ਮਰਤਰੇਈ ਮਾਂ ਨੇ ਗੋਦੀ ਚੋਂ ਉਤਾਰਿਆ, ਤੇ ਗੋਦੀ ਵਿੱਚ ਤੇ ਬੱਚਾ 4-5 ਸਾਲ ਦਾ ਹੀ ਬੈਠਦਾ ਨਾ, ਜਵਾਨ ਪੁੱਤਰ ਤੇ ਨਹੀਂ ਨਾ ਝੋਲੀ 'ਚ ਬੈਠੇਗਾ। ਛੋਟੀ ਉਮਰਾਂ ਦਾ ਭਗਤ ਧਰੂ ਤੇ ਚੱਲ ਪਿਆ ਜੰਗਲ ਨੂੰ। ਮਾਂ ਨੇ ਆਖਿਆ ਨਾਮ ਜਪੇਗਾ ਤੇ ਰਾਜ ਮਿਲੇਗਾ।
ਚੱਲ ਤੇ ਪਿਆ, ਪਰ ਵਿਚਾਰੇ ਨੂੰ ਕੀ ਪਤਾ ਨਾਮ ਕੀ ਹੁੰਦਾ ਤੇ ਕਿਵੇਂ ਜਪੀਦਾ। ਪਰ ਇਰਾਦਾ ਪੱਕਾ ਹੈ, ਮੈਂ ਜਪਣਾ ਹੈ, ਪ੍ਰਾਪਤੀ ਕਰਨੀ ਹੈ। ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਸੰਤ ਮਿਲ ਗਿਆ, ਸਾਧੂ ਮਿਲ ਗਿਆ, ਨਾਮ ਹੈ ਨਾਰਦ ਮੁਨੀ। ਨਾਰਦ ਮੁਨੀ ਨੇ ਪੁੱਛਿਆ, ਕਹਿਣ ਲੱਗਾ ਧਰੁਵ ਜੀ ਕਿੱਧਰ ਚੱਲੇ? ਕਹਿੰਦਾ ਜੀ ਨਾਮ ਜਪਣ ਚੱਲਿਆ। ਕਿੱਥੇ? ਜੰਗਲ ਦੇ ਵਿੱਚ। ਕਿਵੇਂ ਜਪੋਗੇ? ਕਹਿੰਦਾ ਪਤਾ ਨਹੀਂ। ਕਿਹੜਾ ਨਾਮ ਜਪੋਗੇ? ਬੱਚੇ ਨੇ ਜਵਾਬ ਦਿੱਤਾ, ਪਤਾ ਹੀ ਨਹੀਂ, ਮੈਨੂੰ ਕੀ ਪਤਾ ਨਾਮ ਕੀ ਹੈ, ਮੇਰੀ ਤਾਂ ਉਮਰ ਹੀ 5 ਸਾਲ ਦੀ ਹੈ। 5 ਸਾਲ ਕੋ ਅਨਾਥ ਧਰੁਵ ਬਾਰਿਕ ਹਰ ਸਿਮਰਤ ਅਮਰ ਅਟਾਰੇ, ਬਾਣੀ ਦਾ ਬਚਨ। ਤੇ ਉਸ ਵੇਲੇ ਨਾਰਦ ਮੁਨੀ ਜੀ ਨੇ ਵੇਖਿਆ ਵੀ ਨਿਰਛਲ ਬੱਚਾ ਹੈ, ਕੋਈ ਕਪਟ ਨਹੀਂ ਹੈ, ਕੋਈ ਛਲ ਨਹੀਂ ਹੈ, ਇਹਨੂੰ ਤੇ ਪਤਾ ਵੀ ਨਹੀਂ ਵੀ ਨਾਮ ਕਿਵੇਂ ਜਪਣਾ ਤੇ ਕਿਹੜਾ ਜਪਣਾ। ਉਸ ਵੇਲੇ ਨਾਰਦ ਜੀਆਂ ਨੇ ਫਿਰ ਮਦਦ ਕੀਤੀ, ਕਹਿਣ ਲੱਗੇ ਅਸੀਂ ਤੈਨੂੰ ਮੰਤਰ ਦਿੰਦੇ ਹਾਂ, ਸਿਖਾਉਂਦੇ ਹਾਂ, ਬਸ ਇਹਦਾ ਜਾਪ ਕਰ, ਤੂੰ ਪਹੁੰਚ ਜਾਏਗਾ ਮੰਜ਼ਿਲ ਤੇ। ਅਸੀਂ ਵੀ ਪਰਮੇਸ਼ਰ ਅੱਗੇ ਦੁਆ ਕਰਾਂਗੇ ਤੇਰੀ ਭਗਤੀ ਨੂੰ ਫਲ ਆਵੇ। ਨਾਰਦ ਜੀਆਂ ਨੇ ਉਪਦੇਸ਼ ਦਿੱਤਾ, ਭਗਤ ਧਰੁਵ ਨੇ ਲੈ ਕੇ ਫਿਰ ਉਹਦੀ ਕਮਾਈ ਕੀਤੀ। ਤੇ ਕਹਿਣ ਲੱਗੇ ਐਸੀ ਕਮਾਈ ਕੀਤੀ ਵੀ ਪਰਮੇਸ਼ਰ ਨੂੰ ਪਾਇਆ ਭਗਤ ਧਰੁਵ ਨੇ। ਤੇ ਜਦੋਂ ਪਰਮੇਸ਼ਰ ਜੀ ਪ੍ਰਗਟ ਹੋਏ ਨਾ, ਇਹਦੀ ਬੰਦਗੀ ਵੇਖ ਕੇ, ਸਿਮਰਨ ਵੇਖ ਕੇ ਆਖਿਆ ਧਰੁਵ ਮੰਗ ਕੀ ਚਾਹੀਦਾ? ਤੇ ਬੰਦਗੀ ਕਰਕੇ ਮਨ ਇਹੋ ਜਿਹਾ ਨਿਰਮਲ ਹੋ ਗਿਆ, ਕਹਿਣ ਲੱਗਾ ਹੁਣ ਨਹੀਂ ਕੁਝ ਚਾਹੀਦਾ। ਜਦੋਂ ਚਾਹੀਦਾ ਸੀ ਉਦੋਂ ਘਰੋਂ ਤੁਰਿਆ ਸੀ, ਪਰ ਹੁਣ ਤੇ ਨਾਮ ਜਪ ਕੇ ਭੁੱਖਾਂ ਸਭ ਗਵਾਈਆਂ, ਹੁਣ ਤੇ ਭੁੱਖਾਂ ਹੀ ਖਤਮ ਹੋ ਗਈਆਂ, ਕੁਝ ਨਹੀਂ ਚਾਹੀਦਾ। ਤੇ ਪਰਮੇਸ਼ਰ ਜੀ ਕਹਿਣ ਲੱਗੇ ਤੂੰ ਘਰੋਂ ਮਨਸ਼ਾ ਲੈ ਕੇ ਚੱਲਿਆ ਸੀ ਵੀ ਰਾਜ ਮਿਲੇ, ਜਾ ਰਾਜ ਭਾਗ ਕਰ। 1 ਸਾਲ ਨਹੀਂ, 2 ਸਾਲ ਰਾਜ ਨਹੀਂ ਮਿਲਿਆ, 36,000 ਸਾਲ ਤਖਤ ਤੇ ਬੈਠਾ। 36,000 ਸਾਲ ਤਖਤ ਤੇ ਬਹਿ ਕੇ ਰਾਜ ਕਮਾਇਆ। ਮਹਾਰਾਜ ਕਹਿਣ ਲੱਗੇ ਸੰਤ ਸਹਾਈ ਰਾਮ ਕੇ, ਰਾਮ ਨੂੰ ਮਿਲਣਾ ਚਾਹਣਾ, ਉਹਦੇ ਵਾਸਤੇ ਕਿਸੇ ਸਾਧੂ ਦੀ ਸਹਿਮਤੀ ਜ਼ਰੂਰ ਹੈ, ਬਖਸ਼ਿਸ਼ ਜ਼ਰੂਰ ਹੈ। ਬਖਸ਼ਿਸ਼ ਲੈ ਕੇ ਤੁਰੇਗਾ ਪ੍ਰਾਪਤੀ ਤਾਂ ਹੈ। ਤੇ ਸਾਡੇ ਕੋਲ ਸਾਰਿਆਂ ਤੋਂ ਵੱਡਾ ਸਾਧੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜਦੋਂ ਬਾਣੀ ਦੀ ਓਟ ਲੈ ਕੇ ਚੱਲੇਗਾ ਪਰਮੇਸ਼ਰ ਨੇ ਤੈਨੂੰ ਤਾਂ ਮਿਲਣਾ। ਤੇ ਬਾਣੀ ਦੀ ਓਟ ਤਾਂ ਮਿਲਣੀ ਹੈ ਜੇ ਗੁਰੂ ਵਾਲਾ ਬਣੇਗਾ, ਜੇ ਗੁਰੂ ਵਾਲਾ ਨਹੀਂ ਬਣਿਆ ਤੇ ਬਾਣੀ ਦੀ ਓਟ ਕਿਵੇਂ ਲਵੇਂਗਾ। ਸੰਤ ਸਹਾਈ ਰਾਮ ਕੇ, ਰਾਮ ਪਰਮੇਸ਼ਰ ਨੂੰ ਮਿਲਾਉਣ ਵਾਸਤੇ ਸੰਤ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੇਰੀ ਸਹਾਇਤਾ ਕਰਨਗੇ। ਕਰ ਕਿਰਪਾ। ਜਦੋਂ ਇਹਨਾਂ ਨੇ ਕਿਰਪਾ ਕਰ ਦਿੱਤੀ ਫਿਰ ਦੀਆ ਮਲਾਏ, ਫਿਰ ਤੇਰੀ ਬਾਂਹ ਫੜ ਕੇ ਤੈਨੂੰ ਪਰਮੇਸ਼ਰ ਨਾਲ ਮੇਲ ਦੇਣਗੇ, ਐਸੀ ਬਖਸ਼ਿਸ਼ ਤੇਰੇ ਤੇ ਕਰ ਦੇਣਗੇ। ਐਸੇ ਗੁਰੂ ਹਨ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ। ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਮੰਜੇ ਤੇ ਸੌਂਦੇ ਹਾਂ, ਪਲੰਘੇ ਤੇ ਸੌਂਦੇ ਹਾਂ, ਸੌਣ ਵਾਸਤੇ ਸਾਨੂੰ ਪਲੰਘਾ ਚਾਹੀਦਾ ਆਰਾਮ ਕਰਨ ਵਾਸਤੇ। ਪਰਮੇਸ਼ਰ ਨੇ ਜਦੋਂ ਆਰਾਮ ਕਰਨਾ ਬੈਠਣਾ ਨਾ, ਤੇ ਪਰਮੇਸ਼ਰ ਆ ਕੇ ਭਗਤਾਂ ਦੇ ਹਿਰਦੇ ਵਿੱਚ ਬੈਠਦਾ। ਭਗਤਾਂ ਦਾ ਹਿਰਦਾ ਜਿਹੜਾ ਉਹ ਪਰਮੇਸ਼ਰ ਦੀ ਸੇਜਾ ਹੈ। ਬਿਰਾਜਮਾਨ ਹੋਣ ਵਾਸਤੇ ਬਚਨ ਆਪਾਂ ਪੜ੍ਹਦੇ ਹਾਂ, ਅੰਤਰ ਗੁਰਿਆ ਰੱਦ ਨਾ ਜਿਹਵਾ ਜਪ ਗੁਰ ਨਾਓ। ਜਿਨ੍ਹਾਂ ਨੇ ਹਿਰਦੇ ਵਿੱਚ ਉਸ ਨੂੰ ਰਾਧਿਆ ਹੈ, ਉਹਨਾਂ ਦੇ ਹਿਰਦੇ ਵਿੱਚ ਆ ਕੇ ਉਹ ਬੈਠਦਾ। ਤੇ ਪਾਤਸ਼ਾਹ ਕਹਿਣ ਲੱਗੇ ਸੇਜ ਸੁਹਾਵੀ, ਉਹਨਾਂ ਦਾ ਹਿਰਦਾ ਜਿਹੜੀ ਸੇਜਾ ਹੈ ਸ਼ੋਭਨੀਕ ਹੋ ਜਾਂਦੀ ਹੈ। ਜਦੋਂ ਪਰਮੇਸ਼ਰ ਜੀ ਵਸਦੇ ਨੇ ਫਿਰ ਸੁਖ ਹੀ ਸੁਖ ਮਿਲ ਜਾਂਦੇ, ਦੁੱਖਾਂ ਦੀ ਜਗ੍ਹਾ ਹੀ ਕੋਈ ਨਹੀਂ ਰਹਿ ਜਾਂਦੀ। ਸੰਸਾਰ ਦੇ ਦੁੱਖ ਨੂੰ ਦੁੱਖ ਮੰਨਦੇ ਹੀ ਨਹੀਂ। ਮਹਾਰਾਜ ਦਾ ਬਚਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ। ਐਸੇ ਭਗਤ ਨੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਜਾਂਦਾ, ਦੁਨੀਆ ਦੇ ਦੁੱਖ ਦੀ ਪਰਵਾਹ ਕੋਈ ਨਹੀਂ ਕਰਦੇ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਹੁਕਮ ਕਰਦਾ ਆਪਣੇ ਵਜ਼ੀਰਾਂ ਨੂੰ, ਕਹਿਣ ਲੱਗਾ ਪਿੰਜਰਾ ਇਹੋ ਜਿਹਾ ਬਣਾ ਕੇ ਲਿਆਓ ਲੋਹੇ ਦਾ, ਜਿਹਦੇ ਵਿੱਚ ਬੰਦੇ ਕੋਲੋਂ ਸਿੱਧਾ ਖੜਾ ਨਾ ਹੋਇਆ ਜਾਏ। ਤੇ ਪਿੰਜਰਾ ਇਹੋ ਜਿਹਾ ਬਣਾਓ ਜਿਹਦੇ ਵਿੱਚ ਬੰਦੇ ਕੋਲੋਂ ਬੈਠਾ ਵੀ ਨਾ ਜਾਵੇ ਸਿੱਧੀ ਤਰ੍ਹਾਂ ਦੇ ਨਾਲ। ਤੇ ਪਿੰਜਰਾ ਇਹੋ ਜਿਹਾ ਬਣਾਓ ਜਿਹਦੇ ਵਿੱਚ ਬੰਦਾ ਲੰਮਾ ਵੀ ਨਾ ਪੈ ਸਕੇ। ਤਿੱਖੇ ਤਿੱਖੇ ਕੇਲੋ ਦੇ ਵਿੱਚ ਲਾਓ, ਪੱਤਰੀਆਂ ਤਿੱਖੀਆਂ ਲਾਓ। ਜੇ ਬੰਦਾ ਪਾਸਾ ਵੀ ਹਿਲਾਵੇ ਤੇ ਉਹ ਪੱਤਰੀਆਂ ਸਰੀਰ ਦੇ ਵਿੱਚ ਚੁੱਭ ਜਾਣ। ਜਦੋਂ ਬਣਾ ਕੇ ਲਿਆਂਦੀਆਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਉਸ ਪਿੰਜਰੇ ਵਿੱਚ ਬੰਦ ਕਰਵਾਇਆ। ਨਾ ਸਿੱਧਾ ਖੜਿਆ ਹੋ ਜਾਵੇ, ਨਾ ਬੈਠਿਆ ਜਾਵੇ, ਨਾ ਲੰਮੇ ਪਿਆ ਜਾਵੇ। ਆਪਣੇ ਵੱਲੋਂ ਕਸ਼ਟ ਦੇਣਾ ਚਾਹੁੰਦਾ, ਦੁੱਖ ਦੇਣਾ ਚਾਹੁੰਦਾ। ਤੇ ਗੁਰੂ ਪਾਤਸ਼ਾਹ ਉਸ ਪਿੰਜਰੇ ਦੇ ਵਿੱਚ ਬੈਠੇ ਹੋਏ ਤੇ ਸਿੱਖਾਂ ਨੂੰ ਬਚਨ ਕਰਦੇ, ਕਹਿਣ ਲੱਗੇ ਭਾਈ ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਬਚਨ ਉਹਨਾਂ ਨੇ ਲੋਹੇ ਦੇ ਪਿੰਜਰੇ ਵਿੱਚ ਬੈਠ ਕੇ ਮੁਖੋਂ ਕੱਢਿਆ। ਤੇ ਆਪਾਂ ਭੋਗ ਦੇ ਸ਼ਲੋਕ ਪੜ੍ਹਦੇ ਆ ਨਾ, ਇਹ ਸਾਰੇ ਸ਼ਲੋਕ ਮਹਾਰਾਜ ਨੇ ਉਸੇ ਪਿੰਜਰੇ ਵਿੱਚ ਬੈਠਿਆਂ ਉਚਾਰੇ।
ਸਾਡੀ ਕਲਿਆਣ ਵਾਸਤੇ। ਮਹਾਰਾਜ ਕਹਿਣ ਲੱਗੇ ਜਿਹੜੇ ਪਰਮੇਸ਼ਰ ਨੂੰ ਪਾ ਲੈਂਦੇ ਫਿਰ ਦੁੱਖਾਂ ਦੀ ਜਗ੍ਹਾ ਉਹਨਾਂ ਕੋਲ ਕੋਈ ਨਹੀਂ ਰਹਿ ਜਾਂਦੀ। ਭਾਵੇਂ ਸਮੇਂ ਦਾ ਬਾਦਸ਼ਾਹ ਲੋਹੇ ਦਾ ਪਿੰਜਰਾ ਬਣਾ ਕੇ ਬੈਠਾ, ਪੱਤਰੀਆਂ ਲਾ ਕੇ ਬੈਠਾ, ਕਿੱਲ ਲਾ ਕੇ ਬੈਠਾ ਵੀ ਮੈਂ ਦੁੱਖ ਦਿਆਂਗਾ, ਪਰ ਉਹਨਾਂ ਦੇ ਦੁੱਖ ਉਹਨਾਂ ਗੁਰਮੁਖਾਂ ਨੂੰ ਵਿਆਪਦੇ ਨਹੀਂ, ਦੁੱਖ ਨੂੰ ਦੁੱਖ ਕਰਕੇ ਜਾਣਦੇ ਹੀ ਨਹੀਂ। ਦੁੱਖ ਦੁਨੀਆ ਦੇ ਉਹਨਾਂ ਵਾਸਤੇ ਸੁੱਖ ਹੋ ਜਾਂਦੇ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਛ ਪੁਨੀ ਬੜ ਭਾਗਣੀ ਵਰ ਪਾਇਆ ਹਰ ਰਾਏ। ਜਿਨ੍ਹਾਂ ਨੇ ਹਰੀ ਪ੍ਰਮਾਤਮਾ ਨੂੰ ਵਰ ਦੇ ਰੂਪ ਦੇ ਵਿੱਚ ਪਾਇਆ। ਵਰ ਕਹਿੰਦੇ ਨੇ ਪਤੀ, ਮਾਲਕ। ਪ੍ਰਮਾਤਮਾ ਸਾਡਾ ਸਾਰਿਆਂ ਦਾ ਹੀ ਪਤੀ ਹੈ, ਮਾਲਕ ਹੈ, ਪਰ ਜਿਨ੍ਹਾਂ ਨੇ ਪਤੀ ਦੇ ਰੂਪ ਦੇ ਵਿੱਚ ਪਾਲਿਆ ਹੈ ਉਹ ਵੱਡਿਆਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੇ ਜਿਨ੍ਹਾਂ ਨੇ ਉਸ ਨੂੰ ਪਾਲਿਆ। ਅਸੀਂ ਆਖਦੇ ਤੇ ਜ਼ਰੂਰ ਆ ਮੈਂ ਗੁਰੂ ਵਾਲਾ ਹਾਂ, ਪਰ ਅਸੀਂ ਗੁਰੂ ਵਾਲੇ ਬਣ ਗਏ ਹਾਂ, ਪਰ ਗੁਰੂ ਦਾ ਬਚਨ ਨਹੀਂ ਮੰਨਿਆ, ਕਹਿਣੇ ਵਿੱਚ ਨਹੀਂ। ਜਿਹੜਾ ਕਹਿਣੇ ਵਿੱਚ ਨਹੀਂ ਹੈ ਉਹ ਸੁਖੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਵਰ ਦੇ ਰੂਪ ਦੇ ਵਿੱਚ ਪਾਇਆ, ਪਤੀ ਦੇ ਰੂਪ ਦੇ ਵਿੱਚ ਪਾਇਆ, ਫਿਰ ਉਹਦੇ ਕਹਿਣੇ ਵਿੱਚ ਚੱਲਦੇ ਨੇ, ਉਹਦੇ ਹੁਕਮ ਦੇ ਵਿੱਚ ਚੱਲਦੇ, ਹੁਕਮ ਤੋਂ ਬਾਹਰ ਹੀ ਨਹੀਂ ਹੁੰਦੇ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਿੱਖ ਹੈ ਭਾਈ ਭਿਖਾਰੀ। ਅਸੀਂ ਗੱਲਾਂ ਤੇ ਕਰਦੇ ਹਾਂ ਵੀ ਮੈਂ ਗੁਰੂ ਕਾ ਬੜਾ ਨਜ਼ਦੀਕੀ ਸਿੱਖ ਹਾਂ, ਮੈਂ ਤੇ ਗੁਰੂ ਦੇ ਕਹਿਣੇ ਤੇ ਚੱਲਦਾ। ਭਾਈ ਭਿਖਾਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਸਿੱਖ ਹੈ। ਆਪਣੇ ਘਰ ਵਿੱਚ ਬੈਠਾ, ਇੱਕੋ ਇੱਕ ਪੁੱਤਰ ਹੈ, ਉਹਦਾ ਵਿਆਹ ਕਰਨ ਵਾਸਤੇ ਤਿਆਰੀ ਕਰਦਾ ਪਿਆ। ਰਿਸ਼ਤੇਦਾਰ ਆਏ ਹੋਏ ਨੇ, ਹਲਵਾਈ ਲੱਗੇ ਹੋਏ ਨੇ, ਮਠਿਆਈਆਂ ਬਣਦੀਆਂ ਪਈਆਂ, ਨਵੇਂ ਕੱਪੜਿਆਂ ਵਾਸਤੇ ਦਰਜੀ ਕੱਪੜਾ ਸਿਉਂਦੇ ਪਏ, ਸਾਰੀਆਂ ਤਿਆਰੀਆਂ। ਪਰ ਭਾਈ ਭਿਖਾਰੀ ਇੱਕ ਕਮਰੇ ਦੇ ਵਿੱਚ ਬੈਠਾ ਹੋਇਆ, ਲੱਕੜਾਂ ਇਕੱਠੀਆਂ ਕਰਕੇ ਵੱਖਰੀਆਂ ਰੱਖਦਾ ਪਿਆ, ਕੱਪੜੇ ਦਾ ਚੋਲਾ ਬਣਾ ਕੇ ਖੁੱਲ੍ਹਾ ਜਿਹਾ ਬਣਾ ਕੇ ਵੱਖਰਾ ਰੱਖਿਆ। ਖੱਫਣ ਦੀ ਤਿਆਰੀ, ਮੌਤ ਦੀ ਤਿਆਰੀ, ਸੰਸਕਾਰ ਦੀ ਤਿਆਰੀ ਕਰਦਾ ਪਿਆ। ਤੇ ਕਹਿਣ ਲੱਗੇ ਜਦੋਂ ਸਭ ਕੁਝ ਹੋ ਗਿਆ ਨਾ ਤੇ ਵਿਆਹ ਵਾਲਾ ਦਿਨ ਆ ਗਿਆ ਤੇ ਉਸੇ ਦਿਨ ਪੁੱਤਰ ਦੀ ਮੌਤ ਹੋ ਗਈ। ਇੱਕੋ ਪੁੱਤਰ ਹੈ, ਉਹ ਵੀ ਚੜ੍ਹਾਈ ਕਰ ਗਿਆ, ਸਰੀਰ ਛੱਡ ਗਿਆ। ਤੇ ਲੋਕੀ ਰੋਣ ਕਰਲਾਉਣ ਲੱਗ ਪਏ, ਰਿਸ਼ਤੇਦਾਰ ਸਾਰੇ ਰੋਣ ਲੱਗ ਪਏ, ਕੀ ਹੋਇਆ, ਇੱਕੋ ਪੁੱਤਰ ਉਹ ਵੀ ਮਰ ਗਿਆ। ਭਾਈ ਭਿਖਾਰੀ ਜੀ ਰੋਏ ਨਹੀਂ, ਆਪਣੇ ਪੁੱਤਰ ਨੂੰ ਉੱਥੇ ਲੰਮਿਆਂ ਪਾ ਕੇ ਦੂਜੇ ਕਮਰੇ ਵਿੱਚ ਜਿਹੜਾ ਸੰਸਕਾਰ ਕਰਨ ਦਾ ਸਮਾਨ ਲਿਆ ਕੇ ਰੱਖਿਆ ਸੀ ਨਾ, ਲੱਕੜਾਂ ਵਗੈਰਾ, ਖੱਫਣ ਵਗੈਰਾ ਕੱਢ ਕੇ ਲੈ ਆਂਦਾ। ਲੋਕ ਵੇਖ ਕੇ ਹੈਰਾਨ ਹੋ ਗਏ, ਕਹਿਣ ਲੱਗੇ ਕੈਸਾ ਬਾਪ ਹੈ, ਇਹ ਤੇ ਪਹਿਲਾਂ ਹੀ ਜੋੜ ਕੇ ਬੈਠਾ, ਸ਼ਾਇਦ ਪੁੱਤਰ ਨੂੰ ਪਹਿਲਾਂ ਹੀ ਮਾਰਨਾ ਚਾਹੁੰਦਾ ਹੋਵੇ। ਇਹਨੂੰ ਕੀ ਪਤਾ ਸੀ ਵੀ ਇਹਨੇ ਮਰ ਜਾਣਾ, ਇਹ ਸਮਾਨ ਪਹਿਲਾਂ ਇਕੱਠਾ ਕਰੀ ਬੈਠਾ। ਤੇ ਫਿਰ ਕਿਸੇ ਨੇ ਪੁੱਛ ਹੀ ਲਿਆ, ਕਹਿਣ ਲੱਗਾ ਜੀ ਤੁਹਾਨੂੰ ਕੀ ਪਤਾ ਸੀ ਵੀ ਇਹਨੇ ਮਰ ਜਾਣਾ, ਤੁਸੀਂ ਤਾਂ ਪਹਿਲਾਂ ਸਮਾਨ ਕਿਵੇਂ ਜੋੜਿਆ? ਤੇ ਭਾਈ ਭਿਖਾਰੀ ਜੀ ਕਹਿਣ ਲੱਗੇ ਮੈਂ ਜਾਣਦਾ ਸੀ, ਮੈਨੂੰ ਪਤਾ ਸੀ, ਇੰਨੀ ਕੁ ਸੋਝੀ ਮੈਨੂੰ ਗੁਰੂ ਨੇ ਦਿੱਤੀ ਹੈ, ਮੈਨੂੰ ਪਹਿਲਾਂ ਪਤਾ ਸੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ। ਤੇ ਕਹਿਣ ਲੱਗੇ ਜੇ ਤੈਨੂੰ ਪਹਿਲਾਂ ਪਤਾ ਸੀ ਵੀ ਇਹਨੇ ਮੁੱਕ ਜਾਣਾ, ਫਿਰ ਤੂੰ ਗੁਰੂ ਅਰਜਨ ਸਾਹਿਬ ਦੇ ਕੋਲ ਜਾਂਦਾ, ਜਾ ਕੇ ਬੇਨਤੀ ਕਰਦਾ, ਤਰਲਾ ਕਰਦਾ, ਮਹਾਰਾਜ ਮੇਰੇ ਪੁੱਤਰ ਦੀ ਉਮਰਾਂ ਲੰਮੀ ਕਰ ਦਿਓ। ਤੇ ਸਤਿਗੁਰੂ ਬਚਨ ਕਰਦੇ ਕੋਈ 5-10 ਸਾਲ ਦੀ ਉਮਰਾਂ ਤੈਨੂੰ ਮਿਲ ਜਾਂਦੀ, ਪੁੱਤ ਪੋਤਰੇ ਹੋ ਜਾਂਦੇ, ਫਿਰ ਸਰੀਰ ਛੱਡ ਵੀ ਜਾਂਦਾ ਤੇ ਅੱਗੇ ਬੂਟਾ ਲੱਗ ਜਾਂਦਾ। ਤੇ ਭਾਈ ਭਿਖਾਰੀ ਨੇ ਸੁਣੇ ਬਚਨ, ਕਹਿਣ ਲੱਗੇ ਫਿਰ ਇਹ ਰਜਾ ਤੇ ਨਾ ਹੋਈ, ਇਹ ਕਾਹਦੀ ਰਜਾ ਹੋਈ? ਜੇ ਮੈਨੂੰ ਇਹਨੇ ਇੰਨਾ ਕਾਬਲ ਬਣਾਇਆ ਵੀ ਮੈਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ, ਇੰਨੀ ਦਾਤ ਦਿੱਤੀ ਹੈ, ਤੇ ਮੈਂ ਜਾ ਕੇ ਆਖਾਂ ਵੀ ਮੇਰਾ ਪੁੱਤਰ ਮਰੇ ਹੀ ਨਾ, ਤੇ ਜੇ ਮੈਨੂੰ ਇਹ ਦਾਤ ਹੀ ਨਾ ਦਿੰਦਾ, ਮੈਨੂੰ ਪਤਾ ਲੱਗਦਾ ਹੀ ਨਾ, ਤੇ ਫਿਰ ਮੈਂ ਕੀ ਕਰ ਲੈਂਦਾ? ਜਿਹੜਾ ਪਤੀ ਦੇ ਹੁਕਮ ਦੇ ਵਿੱਚ ਰਹਿੰਦਾ, ਆਗਿਆ ਵਿੱਚ ਰਹਿੰਦਾ, ਰਜਾ ਵਿੱਚ ਰਹਿੰਦਾ, ਸੁਖੀ ਉਹ ਹੈ। ਕਹਿਣ ਲੱਗਾ ਮੈਂ ਰਜਾ ਵਿੱਚ ਰਹਿੰਦਾ ਹਾਂ, ਜੇ ਗੁਰੂ ਅਰਜਨ ਸਾਹਿਬ ਨੇ ਚਾਹਿਆ ਤੇ ਇਹਨੂੰ ਮੌਤ ਆਈ ਹੈ, ਤੇ ਰਜਾ ਵਿੱਚ ਤੇ ਰਹਿਣਾ ਇਹੋ ਹੀ ਹੈ ਨਾ ਵੀ ਮੈਂ ਉਹਨਾਂ ਦਾ ਬਚਨ ਮੰਨਾਂ ਵੀ ਜੋ ਹੁੰਦਾ ਪਿਆ ਠੀਕ ਹੁੰਦਾ ਪਿਆ। ਤੇ ਜੇ ਮੈਂ ਆਪਣੀ ਮਰਜ਼ੀ ਕਰਨੀ ਹੈ ਮਨ ਦੀ, ਫਿਰ ਰਜਾ ਨਾ ਹੋਈ, ਹੁਕਮ ਨਾ ਹੋਇਆ, ਕਹਿਣਾ ਮੰਨਣਾ ਤੇ ਨਾ ਹੋਇਆ। ਐਸੇ ਨੇ ਗੁਰਮੁਖ ਨਾਮ ਦੇ ਜਪਣ ਵਾਲੇ, ਨਾਮ ਦੇ ਰਸੀਏ ਜਿਹੜੇ ਨੇ। ਕਹਿਣ ਲੱਗੇ ਉਹਨਾਂ ਨੇ ਪਰਮੇਸ਼ਰ ਨੂੰ ਪਤੀ ਜਾਣ ਕੇ ਪਾਇਆ, ਪਰ ਉਹਦੀ ਆਗਿਆ ਦੇ ਵਿੱਚ ਰਹਿੰਦੇ, ਹੁਕਮ ਦੇ ਵਿੱਚ ਰਹਿੰਦੇ। ਜਵਾਨ ਪੁੱਤਰ ਸਰੀਰ ਛੱਡਦਾ ਪਿਆ, ਦੁਬਾਰਾ ਸੰਸਾਰ ਤੇ ਨਹੀਂ ਆਉਣਾ ਤੇ ਨਾ ਹੀ ਉਹ ਪੁੱਤਰ ਮਿਲਣਾ, ਪਰ ਫਿਰ ਵੀ ਅੱਖਾਂ ਦੇ ਵਿੱਚ ਅਥਰੂ ਨਹੀਂ ਡਿੱਗਿਆ, ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਕੀਤਾ, ਗੁਰੂ ਨੂੰ ਨਹੀਂ ਜਾ ਕੇ ਆਖਿਆ ਵੀ ਮਹਾਰਾਜ ਉਮਰਾਂ ਲੰਮੀ ਕਰ ਦਿਓ। ਐਸੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਤੀ ਰੂਪ ਦੇ ਵਿੱਚ ਪਾਇਆ। ਉਹਦੇ ਕਹਿਣੇ ਵਿੱਚ ਚੱਲਣਾ ਬੜਾ ਔਖਾ, ਗੱਲਾਂ ਤੇ ਅਸੀਂ ਕਰ ਲੈਂਦੇ, ਆਗਿਆ ਮੰਨਣੀ ਡਾਢੀ ਔਖੀ ਹੈ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਹੁਣ ਅਸੀਂ ਆਪਣੇ ਮਨ ਅੰਦਰ ਝਾਤੀ ਮਾਰਨੀ ਹੈ ਵੀ ਕਿੰਨਾ ਕੁ ਬਚਨ ਆਪਾਂ ਮੰਨਦੇ ਪਏ।
ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਾਪਤੀ ਉਹਨਾਂ ਨੂੰ ਹੈ ਜਿਹੜੇ ਹੁਕਮ ਦੇ ਵਿੱਚ ਹਨ। ਮਿਲ ਸਹੀਆਂ ਮੰਗਲ ਗਾਵਈ ਗੀਤ ਗੋਬਿੰਦ ਅਲਾਏ। ਸਖੀਆਂ ਕੌਣ ਨੇ? ਸਹੇਲੀਆਂ। ਸਹੇਲੀਆਂ ਜਿਹਦੇ ਨਾਲ ਦੁੱਖ ਸੁੱਖ ਕੀਤਾ ਜਾਵੇ, ਜਿਹੜੀਆਂ ਮੁਸੀਬਤ ਵਿੱਚ ਦੁੱਖ ਵਿੱਚ ਛੱਡ ਕੇ ਨਾ ਜਾਣ। ਮਿੱਤਰ ਉਹ ਹੁੰਦਾ ਹੈ ਜਿਹੜਾ ਦੁੱਖ ਤੇ ਸੁੱਖ ਦੇ ਵਿੱਚ ਨਾਲ ਰਵੇ, ਉਹਨੂੰ ਕਿਹਾ ਜਾਂਦਾ ਮਿੱਤਰ। ਤੇ ਸਾਡੇ ਸਾਰਿਆਂ ਤੋਂ ਵੱਡੇ ਮਿੱਤਰ ਨੇ ਸਾਡੇ ਸਰੀਰ ਦੇ ਅੰਗ। ਸਾਡੇ ਸਰੀਰ ਦੇ ਅੰਗ ਸਾਡੇ ਮਿੱਤਰ ਨੇ। ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ, ਜਿੰਨਾ ਚਿਰ ਸਾਡਾ ਸਰੀਰ, ਅੱਖਾਂ ਸਾਡੇ ਕੋਲ ਨੇ। ਕੰਨ ਨੇ ਸਾਡੇ ਮਿੱਤਰ ਜਿਹੜੇ ਸਾਨੂੰ ਆਵਾਜ਼ ਸੁਣ ਕੇ ਤੇ ਦੱਸਦੇ ਨੇ। ਜ਼ੁਬਾਨ ਹੈ ਸਾਡੀ ਮਿੱਤਰ ਜੋ ਬਚਨਾਂ ਨੂੰ ਬੋਲਦੀ ਹੈ, ਸਾਡਾ ਦੁੱਖ ਸੁੱਖ ਅਸੀਂ ਦੱਸ ਸਕਦੇ ਹਾਂ। ਪੈਰ ਨੇ ਜਿਹੜੇ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲੈ ਕੇ ਜਾਂਦੇ। ਹੱਥ ਨੇ ਜਿਹੜੇ ਸਾਨੂੰ ਕੰਮ ਦੇ ਵਿੱਚ ਸਾਡੀ ਮਦਦ ਕਰਦੇ। ਅਸਲ ਵਿੱਚ ਸਾਡੀਆਂ ਸਖੀਆਂ ਇਹੋ ਹੀ ਨੇ, ਸਾਡੇ ਦੋਸਤ ਇਹੋ ਹੀ ਨੇ ਸਾਰਿਆਂ ਤੋਂ ਚੰਗੇ, ਜਿਹੜੇ ਹਰ ਵੇਲੇ ਸਾਡੇ ਸਰੀਰ ਦੇ ਨਾਲ ਨੇ ਤੇ ਦੁੱਖ ਤੇ ਸੁੱਖ ਦੇ ਵਿੱਚ ਸਾਡੀ ਮਦਦ ਕਰਦੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ, ਉਹ ਜਿਹੜੇ ਗੁਰਮੁਖ ਨੇ, ਉਹਨਾਂ ਦੇ ਨੇਤਰਾਂ ਦੇ ਵਿੱਚੋਂ ਵੀ ਨਾਮ ਦਾ ਹੀ ਦਾਤ ਪ੍ਰਾਪਤ ਹੁੰਦੀ ਹੈ। ਆਪਾਂ ਬਚਨ ਪੜ੍ਹਦੇ ਹਾਂ ਨਾ, ਸਾਧ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਾਧੂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ, ਕਿਉਂਕਿ ਨਾਮ ਜਪ ਕੇ ਉਹਨੇ ਆਪਣੇ ਨੇਤਰ ਵੀ ਅੰਮ੍ਰਿਤ ਕਰ ਲਏ। ਸਾਧੂ ਦੇ ਕੰਨਾਂ ਦੇ ਵਿੱਚ ਵੀ ਅੰਮ੍ਰਿਤ ਹੈ, ਕਿਉਂਕਿ ਨਾਮ ਸੁਣ ਸੁਣ ਕੇ ਉਸਨੇ ਕੰਨ ਵੀ ਆਪਣੇ ਅੰਮ੍ਰਿਤ ਵਰਗੇ ਬਣਾ ਲਏ ਨੇ। ਜ਼ੁਬਾਨ ਦੇ ਵਿੱਚ ਵੀ ਉਹਨਾਂ ਦੇ ਅੰਮ੍ਰਿਤ ਆ ਗਿਆ ਹੈ। ਪ੍ਰਭ ਜੀ ਬਸੈ ਸਾਧ ਕੀ ਰਸਨਾ। ਉਹਨਾਂ ਦੀ ਜ਼ੁਬਾਨ 'ਤੇ ਪਰਮੇਸ਼ਰ ਵਸਦਾ, ਜਿਹੜਾ ਉਹ ਭਜਨ ਕਰਦੇ ਉਹ ਪੂਰਾ ਹੋ ਜਾਂਦਾ। ਚਰਨਾਂ ਦੇ ਨਾਲ ਸੰਗਤ ਵਿੱਚ ਚੱਲਦੇ। ਮਹਾਰਾਜ ਕਹਿਣ ਲੱਗੇ ਮਿਲ ਸਹੀਆ ਮੰਗਲ ਗਾਵਹੀ। ਜਿਹੜੀਆਂ ਸਖੀਆਂ ਨੇ ਨਾ ਤੇਰੀਆਂ ਸਰੀਰ ਦੇ ਇੰਦਰੇ, ਇਹ ਵੀ ਮੰਗਲ ਗਾਉਂਦੇ ਨੇ, ਖੁਸ਼ੀਆਂ ਗਾਉਂਦੇ ਨੇ, ਪ੍ਰਸੰਨ ਹੋ ਜਾਂਦੇ ਜਦੋਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗੀਤ ਗੋਬਿੰਦ ਅਲਾਏ। ਗੋਬਿੰਦ ਦੇ ਗੀਤਾਂ ਨੂੰ ਕਹਿ ਕੇ ਤੈਨੂੰ ਸੁਣਾਉਂਦੇ ਨੇ। ਪਰਮੇਸ਼ਰ ਦੀ ਸਿਫਤ ਤੇਰੇ ਕੋਲੋਂ ਕਰਵਾਉਂਦੇ ਨੇ। ਐਸੇ ਤੇਰੇ ਸਰੀਰ ਦੇ ਅੰਗ ਤੇਰੇ ਮਦਦਗਾਰ ਬਣ ਜਾਂਦੇ ਹਨ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ। ਸੰਸਾਰ ਦੇ ਵਿੱਚ ਪਰਮੇਸ਼ਰ ਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਪਤੀ ਪਤਨੀ ਵਿੱਚ ਝਗੜਾ ਹੋ ਜਾਂਦਾ ਨਾ, ਤਲਾਕ ਹੋ ਜਾਂਦਾ, ਤੇ ਉਹਨਾਂ ਨੂੰ ਪੁੱਛਿਆ ਜਾਵੇ, ਨਹੀਂ ਉਹ ਚੰਗਾ ਨਹੀਂ ਹੈ, ਹੁਣ ਚੰਗਾ ਲੱਭਾਂਗੇ। ਦੂਜੇ ਦੇ ਨਾਲ ਕਰਵਾਇਆ, ਉਹਨੂੰ ਵੀ ਛੱਡਿਆ, ਇਹ ਵੀ ਚੰਗਾ ਨਹੀਂ, ਹੁਣ ਤੀਜਾ ਲੱਭਾਂਗੇ। ਪਰ ਪਰਮੇਸ਼ਰ ਇਹੋ ਜਿਹਾ, ਨਾ ਉਹਨੂੰ ਛੱਡਿਆ ਜਾ ਸਕਦਾ, ਨਾ ਉਹਦੇ ਵਰਗਾ ਦੂਜਾ ਲੱਭਿਆ ਜਾ ਸਕਦਾ, ਕਿਉਂਕਿ ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਸਤਿਗੁਰੂ ਬਖਸ਼ਿਸ਼ ਕਰਦੇ, ਹਰ ਜਿਹਾ ਅਵਰ ਨਾ ਦਿਸਈ। ਕੋਈ ਹੈ ਹੀ ਨਹੀਂ, ਕਿਹਦੀ ਤੁਲਨਾ ਦਈਏ। ਲੋਕ ਆਖਦੇ ਰੱਬ ਜਿਹੜਾ ਸੂਰਜ ਵਰਗਾ, ਕੋਈ ਆਖਦਾ ਚੰਦਰਮਾ ਵਰਗਾ। ਤੇ ਚੰਦਰਮਾ ਦੀ ਕੀ ਉਦਾਹਰਨ ਦੇਵੇਂਗਾ? ਉਹ ਤੇ 15 ਦਿਨ 14 ਦਿਨ ਕਦੇ ਵੱਧ ਜਾਂਦਾ, ਕਦੇ ਘਟ ਜਾਂਦਾ, ਕਦੇ ਕਲੰਕ ਲੱਗ ਜਾਂਦਾ। ਪਰਮੇਸ਼ਰ ਦੀ ਤੁਲਨਾ ਕਿਸੇ ਨਾਲ ਨਹੀਂ ਹੈ। ਗੁਰਬਾਣੀ ਦਾ ਬਚਨ ਹੈ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ। ਇਹ ਬਾਣੀ ਦਾ ਬਚਨ ਹੈ। ਪਰਮੇਸ਼ਰ ਵਰਗਾ ਨਾ ਕੋਈ ਸੀ, ਨਾ ਕੋਈ ਹੋਵੇਗਾ। ਹਰ ਜਿਹਾ ਅਵਰ ਨਾ ਦਿਸਈ। ਰੱਬ ਵਰਗਾ ਦੂਜਾ ਕੋਈ ਹੈ ਹੀ ਨਹੀਂ। ਕਿਹਦਾ ਕਥਨ ਕਰੀਏ ਵੀ ਫਲਾਣਾ ਪਰਮੇਸ਼ਰ ਵਰਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਦੂਜਾ ਲਵੇ ਨਾ ਲਾਏ। ਲਵੇ ਤੋਂ ਭਾਵ ਹੁੰਦਾ ਸਦਰਸ਼, ਬਰਾਬਰ, ਉਹਦੇ ਵਰਗਾ ਹੈ ਹੀ ਨਹੀਂ। ਤੇ ਫਿਰ ਕਿਹਨੂੰ ਦੱਸਣਾ ਕਰੀਏ? ਹਲਤ ਪਲਤ ਸਵਾਰੇ ਉਹਨਾਂ ਨੇ ਚਲ ਦਿੱਤੀਆਂ ਨਾ ਜਾਏ। ਜਿਹੜੇ ਗੁਰਮੁਖ ਨੇ ਉਹਨਾਂ ਦਾ ਹਲਤ, ਇਹ ਲੋਕ ਜਿੱਥੇ ਅਸੀਂ ਜਨਮ ਲੈ ਕੇ ਆਏ ਆ, ਨਾਮ ਜਪਣ ਵਾਲਿਆਂ ਨੇ ਲੋਕ ਆਪਣਾ ਸਫਲਾ ਕਰ ਲਿਆ। ਤੇ ਪਲਤ ਕਿਹਾ ਜਾਂਦਾ ਪਰਲੋਕ ਨੂੰ, ਜਿੱਥੇ ਅਸੀਂ ਸਰੀਰ ਛੱਡ ਕੇ ਜਾਣਾ ਹੈ, ਉਹ ਵੀ ਸਫਲਾ ਹੋ ਗਿਆ। ਗੁਰਮੁਖਾਂ ਦਾ ਨਾਮ ਜਪ ਕੇ ਲੋਕ ਵੀ ਸਫਲਾ ਹੈ, ਨਾਮ ਜਪ ਕੇ ਪਰਲੋਕ ਵੀ ਸਫਲਾ ਹੈ। ਹਲਤ ਪਲਤ ਸਵਾਰਿਓਣ, ਸਵਾਰ ਲਿਆ ਉਹਨਾਂ ਨੇ। ਤੇ ਪਾਤਸ਼ਾਹ ਕਹਿਣ ਲੱਗੇ ਨਿਹਚਲ ਦਿੱਤੀਆਂ ਜਾਏ। ਸਦਾ ਰਹਿਣ ਵਾਲੀ ਜਗ੍ਹਾ ਉਹਨਾਂ ਨੂੰ ਸੱਚਖੰਡ ਦੇ ਵਿੱਚ ਪ੍ਰਾਪਤ ਹੋ ਗਈ। ਉਹ ਜਗ੍ਹਾ ਮਿਲ ਗਈ ਜਿਹੜੀ ਕਦੇ ਨਾਸ ਨਹੀਂ ਹੋਵੇਗੀ, ਕਦੇ ਟੁੱਟੇਗੀ ਨਹੀਂ, ਪਰ ਉਹ ਮਿਲੇਗੀ ਉਦੋਂ ਜਦੋਂ ਸੇਵਾ ਕਰੇਗਾ। ਭਾਈ ਡੱਲਾ ਸੇਵਕ ਹੈ 10ਵੇਂ ਪਾਤਸ਼ਾਹ ਦਾ। ਮਹਾਰਾਜ ਜੀ ਸੂਬੇਦਾਰ ਵਜ਼ੀਰ ਖਾਨ ਦੇ ਨਾਲ ਜੰਗ ਕਰਦਿਆਂ ਹੋਇਆਂ, ਮਾਛੀਵਾੜੇ ਤੋਂ ਹੁੰਦਿਆਂ ਹੋਇਆਂ, ਤੇ ਸਤਿਗੁਰੂ ਪਾਤਸ਼ਾਹ ਜੀ ਜਦੋਂ ਮਾਲਵੇ ਵਿੱਚ ਪਹੁੰਚੇ ਤੇ ਡੱਲਾ ਸੇਵਾ ਕਰਦਾ। ਸੇਵਾ ਵੀ ਐਸੀ ਕੀਤੀ ਹੈ, ਇਲਾਕੇ ਦਾ ਚੌਧਰੀ ਹੈ। ਸਾਨੂੰ ਨਿੱਕੀ ਮੋਟੀ ਕੋਈ ਪਦਵੀ ਮਿਲ ਜਾਵੇ ਅਸੀਂ ਗੁਰੂ ਨੂੰ ਭੁੱਲ ਜਾਂਦੇ, ਪਰ ਇਲਾਕੇ ਦਾ ਚੌਧਰੀ ਹੈ। ਮੰਨ ਲਓ ਜਿਵੇਂ ਅੱਜ ਦਾ ਕੋਈ ਮਿਨਿਸਟਰ ਹੋਵੇ, ਕੋਈ ਵਜ਼ੀਰ ਹੋਵੇ, ਇਸ ਤਰ੍ਹਾਂ ਇਲਾਕੇ ਵਿੱਚ ਇਹਦੀ ਪਹੁੰਚ ਹੈ।
ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਤ ਨੂੰ ਪਲੰਘੇ ਤੇ ਲੰਮੇ ਪੈਂਦੇ ਨਾ, ਸੌਂਦੇ ਆਰਾਮ ਕਰਦੇ, ਤੇ ਕਹਿਣ ਲੱਗੇ ਡੱਲਾ ਹੱਥ ਵਿੱਚ ਤਲਵਾਰ ਲੈ ਕੇ ਤੇ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਖਲੋਤਾ ਰਹਿੰਦਾ। ਤੇ ਕਿਸੇ ਨੇ ਪੁੱਛਿਆ, ਕਹਿਣ ਲੱਗੇ ਉਹ ਡੱਲਿਆ ਤੂੰ ਐਡਾ ਵੱਡਾ ਸਰਦਾਰ, ਰਾਤ ਸਾਰੀ ਜਾਗਦਾ ਰਹਿਣਾ, ਕਿਸੇ ਨੌਕਰ ਨੂੰ ਇੱਥੇ ਲਾ ਛੱਡਿਆ ਕਰ, ਤੇਰੇ ਇੰਨੇ ਨੌਕਰ ਨੇ, ਇੰਨੇ ਸਿਪਾਹੀ ਨੇ, ਕਿਸੇ ਨੂੰ ਲਾ ਦੇ, ਸਾਰੀ ਰਾਤ ਉਹ ਪਹਿਰਾ ਦੇਵੇਗਾ, ਤੂੰ ਆਪ ਕਿਉਂ ਇੱਥੇ ਖੜਾ ਰਹਿਣਾ? ਤੇ ਡੱਲੇ ਨੇ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਦਾ ਵੈਰ ਸਰਕਾਰ ਦੇ ਨਾਲ, ਤੇ ਸਰਕਾਰ ਤੇ ਕਿਸੇ ਨੂੰ ਵੀ ਖਰੀਦ ਸਕਦੀ ਹੈ। ਜਿਹੜਾ ਮੈਂ ਆਪਣਾ ਸਿਪਾਹੀ ਇੱਥੇ ਪਹਿਰੇ ਤੇ ਲਾਵਾਂਗਾ, ਜੇ ਸਰਕਾਰ ਨੇ ਖਰੀਦ ਲਿਆ, ਰਾਤ ਨੂੰ ਸੁੱਤਾ ਵਾਰ ਕਰ ਦੇਵੇ, ਮੈਂ ਸੰਸਾਰ ਨੂੰ ਕੀ ਮੂੰਹ ਵਿਖਾਵਾਂਗਾ ਵੀ ਮਹਾਰਾਜ ਮੇਰੇ ਕੋਲ ਆਏ ਤੇ ਹਮਲਾ ਹੋ ਗਿਆ? ਮੈਨੂੰ ਕਿਸੇ ਤੇ ਵਿਸ਼ਵਾਸ ਨਹੀਂ ਹੈ, ਮੈਂ ਖੁਦ ਸੇਵਾ ਕਰਦਾ ਤਾਂ ਮਹਾਰਾਜ ਦੇ ਕੋਲ। ਇੰਨੇ ਚਿਰ ਨੂੰ ਕਹਿੰਦੇ ਵਜ਼ੀਰ ਖਾਨ ਦੀ ਚਿੱਠੀ ਆ ਗਈ, ਡੱਲਿਆ ਗੁਰੂ ਤੇਰੇ ਕੋਲ ਹੈ, ਸਾਨੂੰ ਦੇ ਦੇ, ਜਗੀਰਾਂ ਮਿਲ ਜਾਣਗੀਆਂ, ਮਾਇਆ ਮਿਲ ਜਾਏਗੀ, ਨਾਮ ਖਨਾਮ ਮਿਲ ਜਾਣਗੇ, ਜੋ ਚਾਹਵੇਂਗਾ ਹੋ ਜਾਏਗਾ, ਪਰ ਗੁਰੂ ਸਾਨੂੰ ਫੜਾ ਦੇ। ਜੇ ਨਹੀਂ ਫੜਾਵੇਂਗਾ ਤੇਰੀ ਪਹਿਲੀ ਵੀ ਜਗੀਰ ਖੋਲਾਂਗੇ, ਬਾਲ ਬੱਚਾ ਮਾਰ ਦਿਆਂਗੇ, ਛੱਡਾਂਗੇ ਕੋਈ ਨਹੀਂ। ਤੇ ਡੱਲੇ ਨੇ ਜਵਾਬ ਦਿੱਤਾ, ਕਹਿਣ ਲੱਗਾ ਬਾਲ ਬੱਚਾ ਤੇ ਐਸੇ ਸਰੀਰ ਦਾ ਸੰਬੰਧ ਹੈ, ਮਰ ਵੀ ਗਿਆ ਤੇ ਕੋਈ ਨਹੀਂ, ਪਰਲੋਕ ਨਹੀਂ ਮੈਂ ਗਵਾਉਣਾ, ਨਾ ਮੈਨੂੰ ਜਗੀਰਾਂ ਦੀ ਇੱਛਾ, ਨਾਮ ਖਨਾਮ ਦੀ ਕੋਈ ਇੱਛਾ ਨਹੀਂ, ਮੈਂ ਗੁਰੂ ਨਾਲ ਦਗਾ ਨਹੀਂ ਕਰ ਸਕਦਾ। ਜਦੋਂ ਇੰਨੀ ਸੇਵਾ ਕੀਤੀ ਨਾ ਤੇ ਮਹਾਰਾਜ ਖੁਸ਼ ਹੋ ਗਿਆ, ਕਹਿਣ ਲੱਗੇ ਭਾਈ ਡੱਲਿਆ ਤੇਰੀ ਸੇਵਾ ਤੋਂ ਖੁਸ਼ ਹੋਏ, ਤੂੰ ਸਾਰੀ ਰਾਤ ਸਾਡੇ ਕੋਲ ਪਹਿਰਾ ਦੇਣਾ, ਸਾਡੇ ਕਰਕੇ ਸਰਕਾਰ ਦੇ ਨਾਲ ਤੂੰ ਵੈਰ ਪਾ ਲਿਆ, ਦੱਸ ਤੈਨੂੰ ਕੀ ਚਾਹੀਦਾ, ਜੋ ਮੰਗੇਗਾ ਉਹ ਦੇ ਦਿਆਂਗੇ। ਤੇ ਜਦੋਂ ਭਾਈ ਡੱਲੇ ਨੂੰ ਵਚਨ ਕੀਤਾ ਨਾ, ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੇ ਦੇਣ ਲੱਗੇ ਹੋ ਨਾ, ਸੱਚਖੰਡ ਵਿੱਚ ਜਗ੍ਹਾ ਦੇ ਦਿਓ, ਇੱਥੇ ਕੁਝ ਨਹੀਂ ਚਾਹੀਦਾ, ਆਦ ਜੋ ਮੰਗਾਂਗਾ ਇੱਥੇ ਹੀ ਰਹਿ ਜਾਣਾ, ਮੈਂ ਇਹਦਾ ਕੀ ਕਰਨਾ, ਮੈਨੂੰ ਸੱਚਖੰਡ ਵਿੱਚ ਜਗ੍ਹਾ ਦਿਓ, ਤੁਹਾਡੇ ਚਰਨਾਂ ਦਾ ਨਿਵਾਸ ਮਿਲੇ। ਤੇ ਜਦੋਂ ਇਹ ਦਾਤ ਮੰਗੀ ਤੇ ਮਹਾਰਾਜ ਨੇ ਨਾ ਕਰ ਦਿੱਤੀ, ਕਹਿਣ ਲੱਗੇ ਡੱਲਿਆ ਇਹ ਨਹੀਂ ਮਿਲੇਗਾ। ਹੈਰਾਨ ਹੋ ਗਿਆ, ਹੁਣੇ ਤੇ ਕਹਿੰਦੇ ਸੀ ਜੋ ਮੰਗੇਗਾ ਉਹ ਮਿਲੇਗਾ, ਹੁਣੇ ਕਹਿੰਦੇ ਵੀ ਇਹ ਨਹੀਂ ਮਿਲਣਾ। ਮਹਾਰਾਜ ਕਿਉਂ ਨਹੀਂ ਮਿਲਣਾ? ਸਤਿਗੁਰੂ ਕਹਿੰਦੇ ਹੋਰ ਮੰਗ ਕੀ ਚਾਹੀਦਾ, ਜੋ ਮੰਗੇਗਾ ਉਹ ਮਿਲੇਗਾ। ਕਹਿੰਦਾ ਹੋਰ ਤੇ ਫਿਰ ਚਾਹੀਦਾ ਹੀ ਕੁਝ ਨਹੀਂ, ਮੈਨੂੰ ਤੇ ਇਹੋ ਚਾਹੀਦਾ ਜੋ ਮੰਗਿਆ। ਸਤਿਗੁਰੂ ਕਹਿੰਦੇ ਮਿਲ ਨਹੀਂ ਸਕਦਾ। ਕਹਿੰਦਾ ਕਾਰਨ ਕੀ ਹੈ ਮਹਾਰਾਜ? ਸਤਿਗੁਰੂ ਕਹਿੰਦੇ ਤੂੰ ਨਗੁਰਾ ਹੈ, ਨਗੁਰੇ ਨੂੰ ਅਸੀਂ ਸੱਚਖੰਡ ਦੀ ਟਿਕਟ ਨਹੀਂ ਦੇ ਸਕਦੇ, ਨਗੁਰੇ ਨੂੰ ਸੱਚਖੰਡ ਨਹੀਂ ਲਿਜਾਵਾਂਗੇ, ਉਹਨੂੰ ਲੈ ਕੇ ਜਾਵਾਂਗੇ ਜਿਹੜਾ ਗੁਰੂ ਵਾਲਾ ਬਣੇਗਾ। ਤੂੰ ਹਾਲੇ ਗੁਰੂ ਵਾਲਾ ਨਹੀਂ ਬਣਿਆ, ਤੈਨੂੰ ਨਹੀਂ ਲਿਜਾਇਆ ਜਾਣਾ। ਮਹਾਰਾਜ ਜਾਣ ਵਾਸਤੇ ਕੀ ਕਰਨਾ ਪਵੇਗਾ? ਸਤਿਗੁਰੂ ਕਹਿੰਦੇ ਜਾਣ ਵਾਸਤੇ ਤੈਨੂੰ ਗੁਰੂ ਵਾਲਾ ਬਣਨਾ ਪਵੇਗਾ। ਤੇ ਉਸੇ ਵੇਲੇ ਹੱਥ ਜੋੜੇ, ਕਹਿਣ ਲੱਗਾ ਮਹਾਰਾਜ ਫਿਰ ਬਣਾ ਦਿਓ, ਜੇ ਮੇਰੇ ਕੋਲ ਆਏ ਜੇ ਫਿਰ ਗੁਰੂ ਵਾਲਾ ਬਣਾ ਦਿਓ, ਪਰ ਜਗ੍ਹਾ ਜ਼ਰੂਰ ਦਿਓ। ਤੇ ਸਤਿਗੁਰਾਂ ਨੇ ਫਿਰ ਉੱਥੇ ਮਾਲਵੇ ਦੀ ਧਰਤੀ ਤੇ ਦਮਦਮਾ ਸਾਹਿਬ ਵਿਖੇ ਅੰਮ੍ਰਿਤ ਤਿਆਰ ਕਰਵਾਇਆ। ਭਾਈ ਡੱਲੇ ਨੇ ਸਮੇਤ ਪਰਿਵਾਰਾਂ ਦੇ ਛਕਿਆ। ਤੇ ਉਸ ਵੇਲੇ ਫਿਰ ਭਾਈ ਡੱਲਾ ਅੰਮ੍ਰਿਤ ਛਕ ਕੇ ਕਹਿਣ ਲੱਗਾ ਮਹਾਰਾਜ ਹੁਣ ਪ੍ਰਾਪਤੀ ਹੋਵੇਗੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੀਨ ਦਿਆਲ ਭਰੋਸਾ ਤੇਰਾ ਸਭ ਪਰਿਵਾਰ ਚੜਾਇਆ ਬੇੜ। ਡੱਲਿਆ ਹੁਣ ਤੇ ਤੂੰ ਤੇ ਕੀ ਤੇਰਾ ਪਰਿਵਾਰ ਵੀ ਹੁਣ ਉੱਥੇ ਪ੍ਰਾਪਤੀ ਵਾਲਾ ਹੋ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਲਤ ਪਲਤ ਸਵਾਰਿਓਣ ਨਿਹਚਲ ਦਿੱਤੀਆਂ ਜਾਏ। ਗੁਰੂ ਉਹ ਜਗ੍ਹਾ ਦਿੰਦਾ ਹੈ ਜਿਹੜੀ ਕਦੇ ਤੇਰੇ ਕੋਲੋਂ ਖੋਈ ਨਹੀਂ ਜਾਏਗੀ, ਸਦਾ ਵਾਸਤੇ ਤੇਰੀ ਹੋ ਜਾਏਗੀ, ਅਮਰ ਕਰ ਦੇਣਗੇ। ਪਰ ਉਹਦੇ ਵਾਸਤੇ ਤੈਨੂੰ ਗੁਰੂ ਵਾਲਾ ਬਣਨਾ ਪੈਣਾ, ਜਿਵੇਂ ਡੱਲੇ ਨੇ ਸੇਵਾ ਕੀਤੀ ਹੈ ਤੇ ਤਾਂ ਸੱਚਖੰਡ ਦੀ ਪ੍ਰਾਪਤੀ ਵਾਲਾ ਬਣਿਆ, ਗੁਰੂ ਦਾ ਬਚਨ ਮੰਨ ਗਿਆ। ਤੇ ਗੁਰੂ ਲੋਕ ਪਰਲੋਕ ਵਿੱਚ ਮਦਦਗਾਰ ਤਾਂ ਹੋਵੇਗਾ ਜੇ ਤੂੰ ਗੁਰੂ ਦੇ ਕਹਿਣੇ ਵਿੱਚ ਚੱਲਦਾ ਹੈ। ਸੰਸਾਰ ਸਾਗਰ ਤੇ ਰੱਖਿਆ ਨ ਬੌੜ ਨ ਜਨਮੈ ਧਾਏ। ਇਹਨਾਂ ਨੂੰ ਸੰਸਾਰ ਸਾਗਰ ਤੋਂ ਰੱਖ ਲੈਂਦਾ ਨਾ ਹੱਥ ਦੇ ਕੇ, ਫਿਰ ਸੰਸਾਰ ਦੇ ਵਿੱਚ ਜਨਮਾਂ ਵਿੱਚ ਨਹੀਂ ਦੌੜਦੇ। ਜਿਵੇਂ ਅਸੀਂ ਭੱਜੇ ਆਉਂਦੇ ਹਾਂ ਨਾ, ਇੱਕ ਜਨਮ ਦੇ ਵਿੱਚ, ਫਿਰ ਦੂਜੇ ਜਨਮ ਦੇ ਵਿੱਚ, ਤੀਜੇ ਜਨਮ ਦੇ ਵਿੱਚ, ਇਹ ਦੌੜ ਗੁਰੂ ਖਤਮ ਕਰ ਦੇਵੇਗਾ। ਖਤਮ ਉਦੋਂ ਹੋਵੇਗੀ ਜਦੋਂ ਗੁਰੂ ਵਾਲਾ ਬਣੇਗਾ। ਸੰਸਾਰ ਸਾਗਰ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਤੋਂ ਰੱਖਿਓ ਨ ਰੱਖ ਲੈਣਗੇ ਤੈਨੂੰ, ਬਾਹੜ ਨਾ ਜਨਮੈ, ਫਿਰ ਵਾਰ ਕੇ ਜਨਮ ਨਹੀਂ ਲੈਣਾ ਪਵੇਗਾ। ਔਰ ਧਾਏ, ਫਿਰ ਮਰ ਕੇ ਇੱਥੋਂ ਜਾਣਾ ਨਹੀਂ ਪਵੇਗਾ, ਨਾ ਜੰਮਣਾ ਪਵੇਗਾ, ਨਾ ਮਰਨਾ ਪਵੇਗਾ। ਗੁਰੂ ਇਹੋ ਜਿਹੀ ਦਾਤ ਦਿੰਦਾ ਕਿ ਤੈਨੂੰ ਮੁਕਤ ਕਰ ਦਿੰਦਾ ਹੈ, ਪਰ ਜਦੋਂ ਗੁਰੂ ਵਾਲਾ ਤੂੰ ਬਣ ਜਾਂਦਾ ਹੈ। ਜਿਹਬਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ। ਸਾਡੀ ਤੇ ਜ਼ੁਬਾਨ ਇੱਕ ਹੈ ਤੇ ਸਾਡੇ ਕੋਲ ਉਹ ਵੀ ਨਾਮ ਨਹੀਂ ਜਪਦੀ ਹੈ। ਸਾਡੀ ਜ਼ੁਬਾਨ ਸਾਰਾ ਦਿਨ ਗੱਲਾਂ ਕਰੇ, ਥੱਕਦੀ ਕੋਈ ਨਹੀਂ ਹੈ। ਪਰ ਜੇ ਜ਼ੁਬਾਨ ਨੂੰ ਕਿਤੇ ਆਖੀਏ ਨਾ ਵੀ ਨਾਮ ਜਪ ਲਾ, ਉਦੋਂ ਹੀ ਨੀਂਦ ਆਉਣ ਲੱਗ ਪੈਂਦੀ ਹੈ, ਕੰਮ ਚੇਤੇ ਆ ਜਾਂਦਾ। ਨਾਮ ਜਪਦਿਆਂ ਦੋ ਗੱਲਾਂ ਚੇਤੇ ਆਉਂਦੀਆਂ ਬੰਦੇ ਨੂੰ, ਜਾਂ ਉਹ ਗੱਲ ਚੇਤੇ ਆਉਂਦੀ ਹੈ ਜਿਹੜੀ ਪਹਿਲਾਂ ਇਹਦੇ ਨਾਲ ਹੋ ਚੁੱਕੀ ਹੈ, ਪੁਰਾਣਾ ਸਮਾਂ ਪਿਛਲਾ ਚੇਤੇ ਆਵੇਗਾ। ਬਚਪਨ ਵਿੱਚ ਕੀ ਕੀਤਾ, ਜਵਾਨੀ ਵਿੱਚ ਕੀ ਕਰਤੂਤਾਂ ਕੀਤੀਆਂ, ਬੜੀ ਛੇਤੀ ਚੇਤੇ ਆਉਣਗੀਆਂ।
ਅੱਖਾਂ ਦੇ ਸਾਹਮਣੇ ਪੂਰਾ ਦ੍ਰਿਸ਼ ਆ ਜਾਏਗਾ। ਤੇ ਜਾਂ ਫਿਰ ਜਿਹੜੇ ਫੁਰਨੇ ਨੇ ਮਨ ਵਿੱਚ ਹਲੇ ਪ੍ਰਾਪਤ ਨਹੀਂ ਹੋਏ, ਪ੍ਰਾਪਤ ਹੋਣੇ ਨੇ, ਚਾਹੁੰਦਾ ਹੈ ਵੀ ਮੈਨੂੰ ਆ ਕੁਝ ਮਿਲੇ, ਫਿਰ ਉਹ ਚੇਤੇ ਆਉਣਗੇ। ਇੱਕ ਜ਼ੁਬਾਨ ਹੈ ਉਹ ਵੀ ਨਾਮ ਨਹੀਂ ਜਪਦੀ, ਪਰ ਜੇ ਜਪ ਲਿਆ ਤੇ ਸਾਡੇ ਫੁਰਨੇ ਇਹੋ ਜਿਹੇ ਬਣ ਜਾਂਦੇ। ਤੇ ਸਤਿਗੁਰੂ ਕਹਿਣ ਲੱਗੇ ਜਿਹਬਾ ਏਕ, ਜ਼ੁਬਾਨ ਤੇਰੀ ਹੈ ਇੱਕ, ਤੇ ਅਨੇਕ ਗੁਣ, ਰੱਬ ਦੇ ਗੁਣ ਨੇ ਬਹੁਤੇ, ਗਿਣਤੀ ਕੋਈ ਨਹੀਂ ਹੈ ਗੁਣਾਂ ਦੀ। ਤੇ ਤੈਨੂੰ ਤੇ ਚਾਹੀਦਾ ਵੀ ਇੱਕ ਜ਼ੁਬਾਨ ਛੇਤੀ ਦੇ ਨਾਲ ਲਾ ਦਿਆਂ, ਥੋੜ੍ਹੇ ਬੰਦੇ ਹੋਣ ਤੇ ਕੰਮ ਜ਼ਿਆਦਾ ਹੋਵੇ ਤੇ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਪਰ ਤੂੰ ਤੇ ਇੱਕ ਜ਼ੁਬਾਨ ਵੀ ਨਹੀਂ ਲਾਉਣੀ ਚਾਹੁੰਦਾ, ਇੱਕ ਜ਼ੁਬਾਨ ਦੇ ਨਾਲ ਵੀ ਨਹੀਂ ਨਾਮ ਜਪਦਾ। ਜਿਹਬਾ ਏਕ ਅਨੇਕ ਗੁਣ, ਪਰਮਾਤਮਾ ਦੇ ਗੁਣ ਨੇ ਬੜੇ, ਜ਼ੁਬਾਨ ਹੈ ਇੱਕ, ਪਰ ਜਿਨ੍ਹਾਂ ਨੇ ਜਪਿਆ ਤਰੇ ਨਾਨਕ ਚਰਣੀ ਪਾਏ, ਜਿਹੜੇ ਚਰਨਾਂ ਦੇ ਵਿੱਚ ਆ ਕੇ ਪਏ ਨੇ ਉਹ ਤਰ ਗਏ, ਸੰਸਾਰ ਤੋਂ ਡੁੱਬਣਗੇ ਨਹੀਂ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ। ਨਾਮ ਤੇ ਜਹਾਜ਼ ਹੈ, ਪਰ ਜੇ ਚੜ੍ਹੇਗਾ ਤੇ ਤਾਂ ਹੀ ਹੈ ਨਾ, ਜੇ ਜਹਾਜ਼ ਦੇ ਕੋਲ ਜਾ ਕੇ ਖਲੋਤੇ ਰਵਾਂਗੇ। ਸਟੇਸ਼ਨ ਤੇ ਪਹੁੰਚ ਗਿਆ ਪਰ ਗੱਡੀ ਵਿੱਚ ਪੈਰ ਨਹੀਂ ਰੱਖਿਆ ਤੇ ਸਟੇਸ਼ਨ ਤੇ ਹੀ ਖਲੋਤਾ ਰਵੇਂਗਾ। ਮੰਜ਼ਿਲ ਤੇ ਤਾਂ ਪਹੁੰਚੇਗਾ ਜੇ ਵਿੱਚ ਸਵਾਰ ਹੋਵੇਗਾ। ਬੱਸ ਸਟੈਂਡ ਤੇ ਪਹੁੰਚ ਗਿਆ, ਬੱਸ ਵਿੱਚ ਬੈਠਾ ਨਹੀਂ, ਕੇਵਲ ਸਾਈਡ ਤੇ ਖਲੋਤਾ ਹੋਇਆ, ਪਹੁੰਚੇਗਾ ਥੋੜ੍ਹੀ। ਜਹਾਜ਼ ਦੇ ਕੋਲ ਬੈਠਾ, ਏਅਰਪੋਰਟ ਤੇ ਚਲਾ ਗਿਆ, ਸਭ ਕੁਝ ਕਰਵਾ ਲਿਆ, ਪਰ ਚੜ੍ਹਨਾ ਨਹੀਂ ਚਾਹੁੰਦਾ, ਪਹੁੰਚੇਗਾ ਕਿਵੇਂ? ਸਤਿਗੁਰੂ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜਹਾਜ਼ ਹੈ, ਉਹਦੇ ਕੋਲ ਤੇ ਚਲਾ ਗਿਆ, ਗੁਰੂ ਦੇ ਕੋਲ ਤੇ ਆ ਗਿਆ, ਪਰ ਨਾਮ ਦੇ ਵਿੱਚ ਸਵਾਰ ਨਹੀਂ ਹੋਣਾ ਚਾਹੁੰਦਾ, ਮਿਹਨਤ ਕਰਦਾ ਨਹੀਂ, ਫਿਰ ਪਾਰ ਕਿਵੇਂ ਹੋਵੇਗਾ? ਪਰ ਜਿਨ੍ਹਾਂ ਨੇ ਜਪਿਆ ਉਹ ਸੰਸਾਰ ਤੋਂ ਤਰ ਗਏ ਹਨ। ਹਲ ਗੁਣ ਨਿਤ ਸਲਾਹੀ ਹੈ, ਜਿਸਨੂੰ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਵਿੱਚ ਮਹਾਰਾਜ ਕਹਿੰਦੇ ਉਹਦੀ ਸਲੌਤਾ ਕਰ ਜਿਹਨੂੰ ਤਿਲ ਜਿੰਨੀ ਇਹ ਖੁਆਸ਼ ਨਹੀਂ ਵੀ ਤੂੰ ਮੇਰਾ ਨਾਮ ਜਪੇ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਕਿਸੇ ਨਾਲ ਲੜ ਪਈਏ ਨਾ, ਆਖੀਦਾ ਮੈਂ ਨਹੀਂ ਨਾਮ ਜਪਣਾ, ਮੈਂ ਨਹੀਂ ਅੱਜ ਬਾਣੀ ਪੜ੍ਹਨੀ, ਮੈਂ ਨਹੀਂ ਗੁਰਦੁਆਰੇ ਜਾਣਾ, ਮੈਂ ਨਹੀਂ ਮੰਦਰ ਜਾਣਾ। ਮੇਰੀ ਤੇ ਰੱਬ ਨਾਲ ਲੜਾਈ ਹੋ ਗਈ ਹੈ। ਲੜਾਈ ਹੋ ਗਈ ਤੇ ਬੈਠਾ ਰਹੋ, ਕਰ ਰੱਬ ਨੂੰ ਕਿਹੜਾ ਫਰਕ ਪੈ ਚੱਲਿਆ? ਕਿਉਂਕਿ ਥਾਪਿਆ ਨਾ ਜਾਏ, ਕੀਤਾ ਨਾ ਹੋਵੇ। ਦੁਨੀਆ ਦੇ ਲੋਕ ਤੇ ਬਣਾਇਆ ਬਣਦੇ ਤਾਂ ਹੀ ਆ ਕੇ ਮਿਹਨਤ ਕਰਦੇ ਨਾ ਵੀ ਮੈਨੂੰ ਮੌਕਾ ਦਿਓ ਤੇ ਮੈਂ ਇਹ ਕਰਾਂਗਾ, ਪਰ ਰੱਬ ਨੂੰ ਕਿਸੇ ਨੇ ਬਣਾਇਆ ਨਹੀਂ, ਉਹ ਵੋਟਾਂ ਪਾ ਕੇ ਨਹੀਂ ਬਣਿਆ। ਤੇਰੀ ਮਰਜ਼ੀ ਹੈ, ਮੰਨ, ਤੇਰੀ ਮਰਜ਼ੀ ਨਾ ਮੰਨ, ਨਹੀਂ ਮੰਨੇਗਾ ਘਾਟਾ ਤੈਨੂੰ ਹੈ, ਮੰਨੇਗਾ ਤੇ ਨਫਾ ਤੈਨੂੰ, ਫਰਕ ਉਹਨੂੰ ਕੋਈ ਨਹੀਂ ਪੈਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਨੂੰ ਤਿਲ ਨਾ ਤਮਾਏ, ਤਮਾਏ ਤੋਂ ਭਾਵ ਹੁੰਦਾ ਖਾਹਿਸ਼, ਇੱਛਾ। ਰੱਬ ਨੂੰ ਕੋਈ ਇੱਛਾ ਨਹੀਂ ਹੈ ਵੀ ਤੂੰ ਰੱਬ ਦਾ ਨਾਮ ਜਪੇ, ਉਹਨੂੰ ਨਹੀਂ ਚਾਹੀਦੀ ਇਹ ਗੱਲ। ਤੇਰੀ ਮਰਜ਼ੀ ਹੈ, ਜਪ ਲਏਗਾ ਤੇ ਭਲਾ, ਨਾ ਜਪ ਲਏਗਾ ਤੇ ਘਾਟਾ, ਪਰ ਜਪ ਉਹਨੂੰ ਜਿਹਨੂੰ ਇੱਛਾ ਕੋਈ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਨੂੰ ਇੱਛਾ ਨਹੀਂ ਉਹਦਾ ਨਾਮ ਜਪ, ਤਾਂ ਤੇਰਾ ਭਲਾ ਹੋਣਾ ਹੈ। ਜਨ ਜਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਇਹ 12 ਮਹੀਨਿਆਂ ਦਾ ਉਪਦੇਸ਼, ਇਹ ਅਖੀਰਲਾ ਮਹੀਨਾ ਜਿਹੜਾ ਆਪਾਂ ਨੂੰ ਅੱਜ ਮਿਲਿਆ, ਸਾਲ ਦਾ ਬਿਲਕੁਲ ਅਖੀਰਲਾ ਮਹੀਨਾ ਖਤਮ ਉਪਦੇਸ਼ ਕਰਕੇ ਹੁਣ ਮਹਾਰਾਜ ਮਹਿਮਾ ਦੱਸਦੇ। ਜਿਵੇਂ ਆਪਾਂ ਛੋਟੇ ਹੁੰਦਿਆਂ ਕਹਾਣੀ ਪੜ੍ਹਦੇ ਸੀ ਨਾ ਪੇਪਰ ਦੇ ਉੱਪਰ ਜਾਂ ਲਿਖਦੇ ਸੀ, ਉਹਦੇ ਥੱਲੇ ਸਿੱਖਿਆ ਲਿਖਣੀ ਪੈਂਦੀ ਸੀ। ਜਿਵੇਂ ਉਹ ਪੜ੍ਹਦੇ ਸੀ ਵੀ ਉਹ ਕਾਂ ਆਇਆ ਤੇ ਉਹਨੇ ਪੱਥਰ ਪਾਏ ਘੜੇ ਵਿੱਚ, ਉਹ ਪਾਣੀ ਪੀ ਕੇ ਚਲਾ ਗਿਆ, ਫਿਰ ਉਹਦੇ ਥੱਲੇ ਸਿੱਖਿਆ ਲਿਖਣੀ ਪੈਂਦੀ ਹੈ ਵੀ ਇਹਦੇ ਕੋਲੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ। ਮਹਾਰਾਜ ਨੇ ਬਾਣੀ ਲਿਖੀ ਹੈ, ਬਾਣੀ ਲਿਖ ਕੇ ਹੁਣ ਥੱਲੇ ਸਿੱਖਿਆ ਲਿਖਦੇ ਪਏ। ਕਹਿਣ ਲੱਗੇ ਭਾਈ ਪਿਆਰਿਆ, ਜਿਨ ਜਿਨ ਨਾਮ ਧਿਆਇਆ ਤੇਰੇ ਤੋਂ ਪਹਿਲਾਂ, ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਕੀ ਮਿਲਿਆ? ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਹੋ ਗਏ ਸਫਲੇ, ਜੀਵਨ ਵੀ ਸਫਲਾ, ਕੰਮ ਵੀ ਸਫਲਾ ਹੋ ਗਿਆ। ਜਿਨ੍ਹਾਂ ਨੇ ਤੇਰੇ ਤੋਂ ਪਹਿਲਾਂ ਜਪਿਆ ਉਹ ਤੇ ਹੋ ਗਏ ਸਫਲੇ, ਪਰ ਜੇ ਤੂੰ ਜਪੇਂਗਾ ਤੂੰ ਵੀ ਹੋ ਜਾਏਗਾ ਸਫਲਾ। ਉਹਨਾਂ ਵੱਲ ਵੇਖ ਕੇ ਹੀ ਚੱਲ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਉਹਨਾਂ ਦੇ ਕਾਰਜ ਸੌਰ ਗਏ ਨੇ, ਬਣ ਗਏ ਨੇ ਜਿਨ੍ਹਾਂ ਨੇ ਨਾਮ ਜਪਿਆ ਹੈ। ਹਰ ਗੁਰ ਪੂਰਾ ਆਰਾਧਿਆ, ਦਰਗਾਹ ਸੱਚ ਖਰੇ। ਜਿਨ੍ਹਾਂ ਨੇ ਗੁਰੂ ਦੁਆਰਾ ਪਰਮੇਸ਼ਰ ਨੂੰ ਆਰਾਧਿਆ ਹੈ। ਪਰਮੇਸ਼ਰ ਸਿੱਧਾ ਨਹੀਂ ਮਿਲਦਾ, ਪਰਮੇਸ਼ਰ ਨੂੰ ਮਿਲਣ ਵਾਸਤੇ ਗੁਰੂ ਨੂੰ ਮਿਲਣਾ ਪੈਣਾ, ਗੁਰੂ ਵਿਚੋਲਾ ਬਣੇਗਾ, ਗੁਰੂ ਨਾਮ ਜਪਾਵੇਗਾ। ਜਿਨ੍ਹਾਂ ਨੇ ਗੁਰੂ ਨੂੰ ਵਿੱਚ ਪਾ ਕੇ ਨਾਮ ਜਪਿਆ ਉਹ ਰੱਬ ਦੀ ਦਰਗਾਹ ਦੇ ਵਿੱਚ ਖਰੇ ਉਤਰੇ ਨੇ। ਸਿੱਕਾ ਹੁੰਦਾ ਨਾ ਇੱਕ ਖੋਟਾ ਤੇ ਖਰਾ, ਖੋਟਾ ਸਿੱਕਾ ਲੈ ਕੇ ਜਾ, ਚੁੱਕ ਕੇ ਬਾਹਰ ਮਾਰੇਗਾ ਦੁਕਾਨਦਾਰ, ਉਹਨੇ ਕੁਝ ਨਹੀਂ ਕਰਨਾ, ਪਰ ਖਰਾ ਸਿੱਕਾ ਜਿਹੜਾ ਰੱਖ ਲੈਣਾ ਤੇ ਤੈਨੂੰ ਸਮਾਨ ਮਿਲ ਜਾਣਾ। ਨਾਮ ਨਹੀਂ ਜਪੇਗਾ ਤੇ ਖੋਟਾ ਸਿੱਕਾ, ਤੇਰੀ ਦਰਗਾਹ ਵਿੱਚ ਕੋਈ ਕਦਰ ਨਹੀਂ ਹੈ, ਜਮਾਂ ਨੇ ਲੰਮੇ ਪਾ ਲੈਣਾ ਨਰਕਾਂ ਵਿੱਚ ਤੈਨੂੰ ਲਿਜਾ ਕੇ। ਪਰ ਜੇ ਖਰਾ ਸਿੱਕਾ ਬਣ ਗਿਆ ਨਾ ਨਾਮ ਜਪ ਕੇ, ਤੇ ਫਿਰ ਤੇਰੀ ਕੀਮਤ ਪੈ ਜਾਏਗੀ, ਤੇਰੇ ਤੇ ਬਖਸ਼ਿਸ਼ ਹੋ ਜਾਂਦੀ ਹੈ। ਸਰਬ ਸੁਖਾ ਨਿਦ ਚਰਨ ਹਰ ਭਉਜਲ ਵਿਖਮ ਤਰੇ। ਪਰਮਾਤਮਾ ਦੇ ਜਿਹੜੇ ਚਰਨ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਸਾਰੇ ਸੁੱਖ ਪਰਮਾਤਮਾ ਦੇ ਚਰਨਾਂ ਵਿੱਚੋਂ ਲੱਭਦੇ।
ਪਰ ਅਸੀਂ ਕਈ ਵਾਰ ਸੋਚ ਲੈਂਦੇ ਹਾਂ ਵੀ ਮਾਇਆ ਵਿੱਚ ਸੁੱਖ ਨੇ। ਜਿਨ੍ਹਾਂ ਕੋਲ ਬਹੁਤੀ ਮਾਇਆ ਨੇ ਉਹਨਾਂ ਨੂੰ ਜਾ ਕੇ ਪੁੱਛ ਵੀ ਕਿੰਨਾ ਕੁ ਸੁੱਖ ਹੈ, ਤੇਰੇ ਨਾਲੋਂ ਵੀ ਵੱਧ ਦੁਖੀ ਹੋ ਕੇ ਬੈਠਾ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ। ਜਿਹਦੇ ਕੋਲ ਬੜੀ ਹੈ ਨਾ, ਅਟੈਕ ਹੋਣ ਲੱਗਿਆ ਉਹਨੂੰ ਵੀ ਮਿੰਟ ਹੀ ਲੱਗਦਾ। ਜਦੋਂ ਕੋਈ ਚੋਰ ਚੁੱਕ ਕੇ ਲੈ ਗਿਆ, ਕੋਈ ਸਰਕਾਰ ਨੇ ਆ ਕੇ ਲੁੱਟ ਲਿਆ, ਮਰ ਜਾਂਦੇ ਲੋਕ। ਜਿਹਦੇ ਕੋਲ ਬਹੁਤੀ ਹੈ ਉਹਨੂੰ ਵੀ ਚਿੰਤਾ ਪਈ ਹੈ ਵੀ ਕੀ ਕਰਾਂ। ਤੇ ਜਿਸ ਗ੍ਰਹਿ ਥੋੜੀ, ਜਿਹਦੇ ਕੋਲ ਥੋੜੀ ਹੈ ਮੇਰੇ ਵਰਗੇ ਕੋਲ, ਸੋ ਫਿਰੈ ਪਰਮੰਤਾ। ਉਹ ਚੱਕਰ ਹੀ ਕੱਢਦਾ ਫਿਰਦਾ, ਕਦੇ ਇੱਧਰ ਸ਼ਹਿਰ ਕਦੇ ਉਹ ਸ਼ਹਿਰ, ਕਦੇ ਦੇਸ਼ ਦੇ ਵਿੱਚ ਕਦੇ ਵਿਦੇਸ਼ ਦੇ ਵਿੱਚ, ਕਦੇ ਦੋ ਦੋ ਨੌਕਰੀਆਂ, ਇੱਕ ਸਵੇਰ ਵਾਲੀ ਇੱਕ ਸ਼ਾਮ ਵਾਲੀ, ਚਾਰ ਚਾਰ ਪੈਨਸ਼ਨਾਂ ਆਉਂਦੀਆਂ ਪਈਆਂ। ਪਾਤਸ਼ਾਹ ਕਹਿਣ ਲੱਗੇ ਸੋ ਫਿਰੈ ਪਰਮੰਤਾ। ਥੋੜੀ ਵਾਲਾ ਵੀ ਦੁਖੀ ਹੈ, ਬਹੁਤੀ ਵਾਲਾ ਵੀ ਦੁਖੀ ਹੈ। ਦੋਹੂ ਅਵਸਥਾ ਤੇ ਜੋ ਮੁਕਤਾ। ਜਿਹੜਾ ਦੋਵਾਂ ਕੰਮਾਂ ਤੋਂ ਮੁਕਤ ਹੈ, ਸੋਈ ਸੁਹੇਲਾ ਭਾਲੀਐ। ਉਹ ਹੈ ਸੁਖਾਂ ਵਾਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਦੇ ਚਰਨ ਸਾਰੇ ਹੀ ਸੁੱਖ ਇਹਦੇ ਤੋਂ ਮਿਲ ਜਾਂਦੇ। ਗੁਰੂ ਦੇ ਚਰਨ ਖਜ਼ਾਨਾ ਨੇ ਸੁਖਾਂ ਦਾ। ਤੇ ਪਾਤਸ਼ਾਹ ਕਹਿਣ ਲੱਗੇ ਸੰਸਾਰ ਤੋਂ ਗੁਰਮੁਖ ਤਰ ਜਾਂਦੇ ਹਨ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ। ਜਿਨ੍ਹਾਂ ਨੇ ਪ੍ਰੇਮਾ ਭਗਤੀ ਪਾਈ ਹੈ ਉਹ ਫਿਰ ਵਿਕਾਰਾਂ ਰੂਪੀ ਸੰਸਾਰ ਵਿੱਚ ਸੜਦੇ ਨਹੀਂ। ਇਹ ਸੰਸਾਰ ਵਿਕਾਰਾਂ ਦਾ ਭਰਿਆ ਹੋਇਆ ਨਾ। ਇਹੋ ਸੰਸਾਰ ਵਿਕਾਰ ਸੰਸੇ ਮੈਂ। ਇਹ ਸਾਰਾ ਸੰਸਾਰ ਸ਼ੰਕਿਆਂ ਦਾ ਭਰਿਆ ਹੋਇਆ, ਵਿਕਾਰਾਂ ਦਾ ਭਰਿਆ ਹੋਇਆ, ਲੜਾਈ ਝਗੜੇ ਕੁੱਤ ਕਲੇਸ਼ ਦਾ ਭਰਿਆ ਹੋਇਆ। ਪਰ ਪਾਤਸ਼ਾਹ ਕਹਿਣ ਲੱਗੇ ਪ੍ਰੇਮ ਭਗਤ ਤਿੰਨ ਪਾਈਆ। ਜਿਨ੍ਹਾਂ ਨੇ ਪ੍ਰੇਮਾ ਭਗਤੀ ਪਾ ਲਈ ਹੈ, ਵਿਖਿਆ ਨਾਹੇ ਜਰੇ। ਉਹ ਸੰਸਾਰ ਦੀ ਅੱਗ ਵਿੱਚ ਸੜਦੇ ਨਹੀਂ। ਉਹਨਾਂ ਨੂੰ ਐਸੀ ਦਾਤ ਪ੍ਰਾਪਤ ਹੁੰਦੀ ਹੈ, ਉਹ ਗੁਰਮੁਖ ਐਸੇ ਬਣ ਜਾਂਦੇ ਹਨ। ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਕੂੜ ਚਲੇ ਗਿਆ, ਝੂਠ ਚਲੇ ਗਿਆ। ਸਾਡੇ ਅੰਦਰ ਤੇ ਝੂਠ ਹੀ ਭਰਿਆ ਹੋਇਆ ਸੀ। ਪੈਰ ਪੈਰ ਤੇ ਝੂਠ ਬੋਲਾਂਗੇ, ਝੂਠ ਦੀ ਖੱਟੀ ਖਾਂਦੇ। ਜਿੰਨਾ ਕਿਸੇ ਕੋਲ ਵੱਡਾ ਜ਼ਿਆਦਾ ਝੂਠ ਹੈ, ਉਨੀ ਉਹਦੀ ਜ਼ਿਆਦੀ ਜੈ ਜੈਕਾਰ ਹੈ। ਸਤਿਗੁਰੂ ਕਹਿਣ ਲੱਗੇ ਪਰ ਗੁਰਮੁਖਾਂ ਦੇ ਅੰਦਰੋਂ ਝੂਠ ਚਲੇ ਗਿਆ, ਖਤਮ ਹੀ ਹੋ ਗਿਆ। ਦੁਬਿਧਾ ਨਸੀ, ਦਵੈਤ ਵੀ ਨਸ ਗਈ ਹੈ, ਭੱਜ ਗਈ ਹੈ ਕਿਸੇ ਬੰਨੇ। ਤੇ ਉਹ ਗੁਰਮੁਖ ਜਿਹੜੇ ਨੇ ਸੱਚ ਨਾਮ ਦੇ ਭਰੇ ਹੋਏ ਹਨ। ਔਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ। ਇੱਕ ਨੂੰ ਅੰਦਰ ਧਾਰਿਆ, ਉਹ ਪਰਮੇਸ਼ਰ ਨੂੰ ਸੇਵਦੇ ਹਨ। ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ। ਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦੇ ਮਹਾਨਾਮ ਮਹੀਨੇ, ਗੁਰਮੁਖਾਂ ਦੇ ਮਹੀਨੇ ਵੀ ਸਫਲੇ ਨੇ। ਇੱਕ ਦਿਨ ਦੀ ਗੱਲ ਨਹੀਂ ਹੈ, ਗੁਰਮੁਖਾਂ ਦੇ ਮਹੀਨੇ ਸਫਲੇ ਹੋ ਗਏ। ਮਹਾਦਿਵਸ ਮੂਰਤ ਭਲੇ। ਤੇ ਦਿਵਸ ਤੋਂ ਭਾਵ ਹੈ ਦਿਨ। ਗੁਰਮੁਖਾਂ ਦਾ ਦਿਨ ਵੀ ਸਫਲਾ ਹੈ, ਮਹੀਨਾ ਵੀ ਸਫਲਾ ਹੈ, ਦਿਨ ਵੀ ਸਫਲਾ ਹੈ। ਤੇ ਅਗਲਾ ਬਚਨ ਮਹਾਰਾਜ ਨੇ ਵਰਤਿਆ ਮੂਰਤ। ਮੂਰਤ ਕਹਿੰਦੇ 2 ਘੜੀਆਂ ਦਾ ਸਮਾਂ। 24 ਮਿੰਟਾਂ ਦੀ ਇੱਕ ਘੜੀ ਤੇ 24 ਮਿੰਟਾਂ ਦੀ ਦੂਜੀ ਘੜੀ, 48 ਮਿੰਟ ਬਣ ਗਿਆ, ਪੌਣਾ ਘੰਟਾ ਬਣ ਗਿਆ ਜੇ ਅੱਜ ਦੇ ਸਮੇਂ ਨੂੰ ਆਪਾਂ ਵੰਡੀਏ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਦਾ ਮਹੀਨਾ ਵੀ ਸਫਲਾ ਹੈ ਤੇ ਗੁਰਮੁਖਾਂ ਦਾ ਦਿਨ ਵੀ ਸਫਲਾ ਹੈ। ਉਹਨਾਂ ਦਾ ਘੰਟਾ ਕੀ ਤੇ ਪੌਣਾ ਘੰਟਾ ਕੀ, ਉਹ ਵੀ ਸਫਲਾ ਹੈ। ਪਾਤਸ਼ਾਹ ਕਹਿਣ ਲੱਗੇ ਜਿਸ ਕੋ ਨਦਰ ਕਰੇ। ਪਰ ਸਫਲਾ ਉਹਨਾਂ ਦਾ ਜਿਨ੍ਹਾਂ ਉੱਪਰ ਪਰਮੇਸ਼ਰ ਕਿਰਪਾ ਕਰਦਾ। ਸਫਲਾ ਉਹਨਾਂ ਦਾ ਹੋਇਆ। ਪਰ ਜਿਨ੍ਹਾਂ 'ਤੇ ਕਿਰਪਾ ਨਹੀਂ ਨਾ, ਉਹ ਜਿੰਨਾ ਮਰਜ਼ੀ ਜਾਦੂ ਟੂਣਾ ਕਰ ਲਵੇ, ਜੋ ਮਰਜ਼ੀ ਕਰ ਲਵੇ, ਵੀ ਮੈਂ ਪੈਰ ਦੇ ਨਾਲ ਕਾਲਾ ਧਾਗਾ ਬੰਨਾਂਗਾ ਤੇ ਫਿਰ ਸੁਖੀ ਹੋ ਜਾਵਾਂਗਾ, ਆਪਣੇ ਦਰਵਾਜ਼ੇ 'ਤੇ ਲਿਆ ਕੇ ਉਹ ਘੋੜੇ ਦੀ ਪੈੜ ਦੀ ਟੰਗ ਦਿਆਂਗਾ ਤੇ ਸੁਖੀ ਹੋ ਜਾਵਾਂਗਾ। ਬੜਾ ਕੁਝ ਕਰਦੇ, ਕੁਝ ਨਹੀਂ ਕੀਤਿਆਂ ਹੋਣਾ। ਸਫਲਾ ਉਹਦਾ ਹੋਣਾ ਜਿਹਦੇ 'ਤੇ ਪਰਮੇਸ਼ਰ ਨੇ ਕਿਰਪਾ ਕਰਨੀ। ਜਿਸ ਕੋ ਨਦਰ ਕਰੇ, ਪਰ ਉਹਦੀ ਨਜ਼ਰ ਲੈਣ ਵਾਸਤੇ ਮਿਹਨਤ ਕਰਨੀ ਪਵੇਗੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਹੁਣ ਜੇ ਆ ਨਾ, ਪਹਿਲਾਂ ਜੇ ਨੂੰ ਹਟਾਉਣਾ ਪਵੇਗਾ ਸੇਵਾ ਕਰਕੇ, ਸਿਮਰਨ ਕਰਕੇ, ਤੇ ਨਜ਼ਰ ਫੇਰ ਹੋਣੀ ਹੈ, ਕਿਰਪਾ ਤਾਂ ਹੋਣੀ ਹੈ। ਜਿੰਨਾ ਚਿਰ ਕਿਰਪਾ ਨਹੀਂ ਉਹਨਾਂ ਚਿਰ ਖੁਸ਼ੀ ਨਹੀਂ। ਤੇ ਸਤਿਗੁਰੂ ਇੱਥੇ ਵੀ ਬਚਨ ਕਰਦੇ ਨੇ ਜਿਸ ਕੋ ਨਜ਼ਰ ਕਰੇ। ਜਿਨ੍ਹਾਂ 'ਤੇ ਉਹਨੇ ਕਿਰਪਾ ਕੀਤੀ ਹੈ, ਪਾਤਸ਼ਾਹ ਕਹਿਣ ਲੱਗੇ ਭਾਈ ਬੇੜਾ ਵੀ ਉਹਨਾਂ ਦਾ ਪਾਰ ਹੋਣਾ ਹੈ। ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਗੁਰੂ ਨਾਨਕ ਦੇ ਘਰ ਦੀ ਮੋਹਰ ਲਾਉਂਦਿਆਂ ਹੋਇਆਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਲਿਖਦੇ, ਕਹਿਣ ਲੱਗੇ ਹਰੀ ਹਰ ਪ੍ਰਮਾਤਮਾ ਕਿਰਪਾ ਕਰ। ਅਸੀਂ ਤੇਰੇ ਕੋਲੋਂ ਤੇਰੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ, ਤੇਰੇ ਦਰਸ਼ਨ ਚਾਹੁੰਦੇ ਹਾਂ, ਹੋਰ ਕੁਝ ਨਹੀਂ ਚਾਹੀਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਜਦੋਂ ਗਏ ਨਾ ਬੰਗਲਾਦੇਸ਼ ਦੀ ਧਰਤੀ ਤੇ ਢਾਕੇ ਸ਼ਹਿਰ ਪਹੁੰਚੇ, ਤੇ ਇੱਥੇ ਇੱਕ ਮਾਤਾ ਬਜ਼ੁਰਗ ਰਹਿੰਦੀ ਹੈ ਮਹਾਰਾਜ ਜੀਆਂ ਦੇ। ਬੜੀ ਭਗਤਨੀ ਹੈ, ਬੜੀ ਸੇਵਾ ਕਰਦੀ, ਸਿਮਰਨ ਕਰਦੀ, ਤੇ ਰੋਜ਼ ਯਾਦ ਕਰਦੀ ਹੈ ਮਹਾਰਾਜ ਕਦੋਂ ਆਓਗੇ ਮੇਰੇ ਘਰ। ਤੇ ਕਹਿਣ ਲੱਗੇ ਇਸ ਮਾਤਾ ਨੇ ਬੜਾ ਸੋਹਣਾ ਪਲੰਘ ਬਣਾਇਆ ਆਪਣੇ ਘਰ ਦੇ ਵਿੱਚ,
ਤੇ ਪਲੰਗ ਤੇ ਕਿਸੇ ਨੂੰ ਨਹੀਂ ਬੈਠਣ ਦਿੰਦੀ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠਣਗੇ। ਰੋਜ਼ ਉਸ ਪਲੰਗ ਦੀਆਂ ਚਾਦਰਾਂ ਬਦਲੀਆਂ ਜਾਂਦੀਆਂ, ਉਹਨੂੰ ਧੂਪ ਕੀਤੀ ਜਾਂਦੀ ਹੈ, ਉਹਦੀ ਸੇਵਾ ਕਰਦੀ ਵੀ ਮੇਰੇ ਗੁਰੂ ਨੇ ਇੱਥੇ ਆ ਕੇ ਬੈਠਣਾ। ਇੱਕ ਰੂਈ ਲਿਆ ਕੇ ਪੂਣੀਆਂ ਕੱਤ ਕੱਤ ਕੇ ਇਸ ਮਾਈ ਨੇ ਇੱਕ ਚੋਲਾ ਬਣਾਇਆ ਮਹਾਰਾਜ ਦੇ ਗਲ ਵਿੱਚ ਪਾਉਣ ਵਾਸਤੇ, ਤੇ ਚੋਲੇ ਦੀ ਰੋਜ਼ ਤੈਅ ਲਾਉਂਦੀ ਹੈ, ਰੋਜ਼ ਉਹਦੀ ਸੇਵਾ ਸੰਭਾਲ ਕਰਦੀ ਹੈ ਵੀ ਮੇਰੇ ਗੁਰੂ ਨੇ ਚੋਲਾ ਪਾਉਣਾ। ਤੇ ਕਹਿਣ ਲੱਗੇ ਉਡੀਕਦਿਆਂ ਉਡੀਕਦਿਆਂ ਇੱਕ ਦਿਨ ਸਮਾਂ ਆ ਗਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਹਦੇ ਘਰੇ ਪਹੁੰਚ ਗਏ। ਆਪ ਜਾ ਕੇ ਦਰਵਾਜ਼ੇ ਤੇ ਆਵਾਜ਼ ਮਾਰੀ, ਕਹਿਣ ਲੱਗੇ ਮਾਤਾ ਅਸੀਂ ਆ ਗਏ ਹਾਂ ਤੈਨੂੰ ਮਿਲਣ ਵਾਸਤੇ। ਮਾਤਾ ਨੇ ਦਰਵਾਜ਼ਾ ਖੋਲ੍ਹਿਆ, ਮਹਾਰਾਜ ਨੂੰ ਪਲੰਘੇ ਤੇ ਬਿਠਾਇਆ, ਜਿਹੜਾ ਪਲੰਘਾ ਮਹਾਰਾਜ ਵਾਸਤੇ ਬਣਾਇਆ, ਤੇ ਹੱਥੀਂ ਬਣਾਇਆ ਹੋਇਆ ਚੋਲਾ ਕੱਢ ਕੇ ਲਿਆਈ ਸੰਦੂਖ ਦੇ ਵਿੱਚੋਂ ਬਾਹਰ। ਮਹਾਰਾਜ ਹੱਥਾਂ ਨਾਲ ਬਣਾਇਆ, ਕਿਰਪਾ ਕਰਕੇ ਆਪਣੇ ਗਲ ਵਿੱਚ ਪਾਓ। ਬੜੀ ਭਾਵਨਾ ਨਾਲ ਸੇਵਾ ਕਰਦੀ ਹੈ। ਤੇ ਸਤਿਗੁਰੂ ਇਹਦੀ ਸ਼ਰਧਾ ਵੇਖ ਕੇ, ਭਾਵਨਾ ਤੇ ਪ੍ਰੇਮ ਵੇਖ ਕੇ ਮਹਾਰਾਜ ਬੜੇ ਖੁਸ਼ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਮਾਤਾ ਮੰਗ ਫਿਰ ਕੀ ਚਾਹੀਦਾ, ਅਸੀਂ ਤੇਰੀ ਸੇਵਾ ਤੋਂ ਖੁਸ਼ ਹੋ ਗਏ। ਮੰਗ ਕੀ ਚਾਹੀਦਾ, ਜੋ ਮੰਗੇਗੀ ਉਹ ਤੈਨੂੰ ਮਿਲ ਜਾਏਗਾ। ਤੇ ਜਦੋਂ ਮੰਗਣ ਦੀ ਵਾਰੀ ਆਈ ਨਾ, ਸਾਡੇ ਵਰਗੇ ਹੁੰਦੇ ਤੇ ਦੁਨੀਆ ਦੇ ਪਦਾਰਥ ਹੀ ਮੰਗ ਲੈਂਦੇ, ਦੁਨੀਆ ਦੀਆਂ ਵਸਤੂਆਂ ਮੰਗ ਲੈਂਦੇ। ਤੇ ਉਸ ਮਾਤਾ ਬਜ਼ੁਰਗ ਨੇ ਹੱਥ ਜੋੜੇ, ਕਹਿਣ ਲੱਗੀ ਮਹਾਰਾਜ ਜੇ ਤਰੁੱਠੇ ਹੋ ਨਾ, ਦੇਣ ਲੱਗੇ ਹੋ, ਕਿਰਪਾ ਕਰਨ ਲੱਗੇ ਹੋ, ਤੇ ਮੇਰੇ ਤੇ ਕਿਰਪਾ ਇਹ ਕਰੋ ਵੀ ਮੈਨੂੰ ਰੋਜ਼ ਤੁਹਾਡੇ ਦਰਸ਼ਨ ਹੋਇਆ ਕਰਨ। ਇੱਕ ਵਾਰੀ ਆਖੀਏ ਸਤਨਾਮ। ਜੇ ਦੇਣ ਲੱਗੇ ਹੋ ਤੇ ਇਹ ਦਿਓ ਵੀ ਤੁਹਾਡੇ ਦਰਸ਼ਨ ਹੋਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਤੇ ਸਤਿਗੁਰੂ ਪਾਤਸ਼ਾਹ ਉਹਦੀ ਮੰਗੀ ਹੋਈ ਦਾਤ ਸੁਣ ਕੇ ਬੜੇ ਖੁਸ਼ ਹੋਏ, ਕਹਿਣ ਲੱਗੇ ਮਾਤਾ ਤੂੰ ਤੇ ਛੱਡਿਆ ਹੀ ਕੁਝ ਨਹੀਂ, ਤੂੰ ਤੇ ਬੜਾ ਕੁਝ ਮੰਗ ਲਿਆ। ਜਿਸ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਭਗਤਾਂ ਨੇ ਸਾਰੀ ਸਾਰੀ ਉਮਰ ਲਾ ਦਿੱਤੀ ਹੈ। ਤੇ ਬਚਨ ਆਖਿਆ ਸਗਲ ਭਵਨ ਕੇ ਨਾਇਕਾ, ਇੱਕ ਛਿਣ ਦਰਸ ਦਿਖਾਏ ਜੀ। ਬਿਜਲੀ ਲਿਸ਼ਕਦੀ ਹੈ ਨਾ ਆਕਾਸ਼ ਦੇ ਵਿੱਚ, ਮਾੜਾ ਜਿਹਾ ਚਮਕਾਰਾ ਮਾਰ ਕੇ ਪਰੇ ਹੋ ਜਾਂਦੀ ਹੈ। ਭਗਤਾਂ ਨੇ ਆਖਿਆ ਸਾਨੂੰ ਇੰਨਾ ਕੋਈ ਦਰਸ਼ਨ ਦੇ ਦੇ, ਚਮਕ ਵਿਖਾ ਕੇ ਆਪਣੀ ਚਲੇ ਜਾ, ਸਾਡਾ ਸਫਲਾ ਹੋ ਜਾਏਗਾ ਜਿਉਣਾ। ਤੇ ਮਹਾਰਾਜ ਕਹਿਣ ਲੱਗੇ ਮਾਤਾ ਭਗਤਾਂ ਨੇ ਸਾਰੀ ਉਮਰ ਭਗਤੀ ਕਰਕੇ ਆਖਿਆ ਛਿਣ ਦੇ ਦਰਸ਼ਨ, ਤੇ ਤੁਸੀਂ ਸੇਵਾ ਕਰਕੇ ਆਖਿਆ ਮਹਾਰਾਜ ਰੋਜ਼ ਦਰਸ਼ਨ ਚਾਹੀਦੇ। ਬੜੀ ਵੱਡੀ ਦਾਤ ਮੰਗੀ ਹੈ, ਮਗਰ ਰਹਿ ਹੀ ਕੁਝ ਨਹੀਂ ਗਿਆ। ਪਰ ਤੇਰੀ ਸੇਵਾ ਤੋਂ ਅਸੀਂ ਇੰਨੇ ਖੁਸ਼ ਹੋਏ ਹਾਂ, ਜਦੋਂ ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾਮ ਜਪਣ ਵਾਸਤੇ ਚੌਂਕੜਾ ਮਾਰ ਕੇ ਬੈਠਿਆ ਕਰੇਗੀ ਨਾ, ਤੇ ਸਾਡਾ ਧਿਆਨ ਧਾਰਨ ਕਰੇਂਗੀ। ਅਸੀਂ ਭਾਵੇਂ ਸਰੀਰ ਕਰਕੇ ਇਸ ਦੁਨੀਆ ਤੇ ਹੋਈਏ ਤੇ ਭਾਵੇਂ ਨਾ ਹੋਈਏ, ਪਰ ਤੈਨੂੰ ਦਰਸ਼ਨ ਦੇਣ ਵਾਸਤੇ ਜ਼ਰੂਰ ਤੇਰੇ ਕੋਲ ਆਇਆ ਕਰਾਂਗੇ। ਐਸੇ ਨੇ ਸਤਿਗੁਰੂ ਜੀ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨਾਂ ਦਾ ਦਾਨ ਮੰਗਿਆ, ਤੇ ਦਰਸ਼ਨਾਂ ਦੀ ਦਾਤ ਵੀ ਉਹਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਨਕ ਮੰਗੈ ਦਰਸ ਦਾਨ, ਅਸੀਂ ਤੇਰੇ ਕੋਲੋਂ ਤੇਰੇ ਦਰਸ਼ਨਾਂ ਦਾ ਦਾਨ ਮੰਗਦੇ ਹਾਂ, ਸਾਨੂੰ ਦਰਸ਼ਨਾਂ ਦੀ ਦਾਤ ਦੇ। ਜਿਵੇਂ ਉਸ ਮਾਤਾ ਨੂੰ ਦਰਸ਼ਨਾਂ ਦੀ ਦਾਤ ਦਿੱਤੀ ਹੈ, ਆਖਿਆ ਅਸੀਂ ਤੈਨੂੰ ਰੋਜ਼ ਆ ਕੇ ਸਵੇਰੇ ਦਰਸ਼ਨ ਦਿਆ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰ ਇਹ ਦਰਸ਼ਨਾਂ ਦੀ ਦਾਤ ਉਹਨਾਂ ਨੂੰ ਮਿਲਦੀ ਹੈ, ਕਿਰਪਾ ਕਰੋ ਹਰੇ, ਜਿਨ੍ਹਾਂ ਤੇ ਹਰੀ ਹਰ ਪਰਮੇਸ਼ਰ ਕਿਰਪਾ ਕਰਦਾ, ਦਾਤ ਉਹਨਾਂ ਨੂੰ ਮਿਲੀ ਹੈ, ਬਾਕੀਆਂ ਨੂੰ ਕੋਈ ਨਹੀਂ ਮਿਲੀ। ਮਹਾਰਾਜ ਦੇ ਨਾਲ ਰਹਿਣ ਵਾਲੇ ਤੇ ਬੜੇ ਹੋਣਗੇ, ਜਿਹੜੇ ਨਾਲ ਰਹਿੰਦੇ ਹੋਣਗੇ, ਬਚਨ ਸੁਣਦੇ ਕਰਦੇ ਹੋਣਗੇ, ਪਰ ਦਾਤ ਕਿਸੇ ਨੂੰ ਮਿਲੀ ਹੈ। ਭਾਈ ਮਤੀ ਦਾਸ ਨੂੰ ਪੁੱਛਿਆ ਨਾ, ਕਹਿਣ ਲੱਗੇ ਦੱਸ ਕੀ ਚਾਹੀਦਾ, ਤੈਨੂੰ ਮਾਰ ਦੇਣਾ ਅੱਜ। ਤੇ ਭਾਈ ਮਤੀ ਦਾਸ ਕਹਿੰਦਾ ਚਾਹੀਦਾ ਕੁਝ ਨਹੀਂ ਹੈ, ਜੇ ਮਾਰਨ ਲੱਗੇ ਹੋ ਨਾ, ਜਦੋਂ ਮੈਨੂੰ ਮਾਰਿਆ ਜਾਵੇ, ਮੇਰਾ ਨੇਤਰ ਤੇ ਮੇਰਾ ਮੂੰਹ ਜਿਹੜਾ ਨਾ ਮੇਰੇ ਗੁਰੂ ਵੱਲ ਹੋਵੇ, ਮੈਂ ਮਰਦੇ ਦਮ ਤੱਕ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਸਿਰ ਤੇ ਆਰਾ ਰੱਖਿਆ ਗਿਆ, ਪਰ ਮੂੰਹ ਭਾਈ ਮਤੀ ਦਾਸ ਦਾ ਉਸ ਪਾਸੇ ਕੀਤਾ ਜਿੱਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ। ਸਿਰ ਤੇ ਆਰਾ ਚੱਲਦਾ ਪਿਆ, ਪਰ ਨੇਤਰਾਂ ਦੇ ਨਾਲ, ਜਿੰਨਾ ਚਿਰ ਨੇਤਰ ਜਗਦੇ ਨੇ ਨਾ, ਰੌਸ਼ਨੀ ਦਿੰਦੇ ਨੇ, ਵੇਖਦੇ ਨੇ, ਉਹਨਾਂ ਚਿਰ ਗੁਰੂ ਦੇ ਦਰਸ਼ਨ ਕਰਦਾ ਰਿਹਾ। ਤੇ ਜਦੋਂ ਸਰੀਰ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਫਿਰ ਸ਼ਹੀਦੀ ਪ੍ਰਾਪਤ ਕਰ ਗਿਆ। ਇਹ ਹੈ ਜਿਨ੍ਹਾਂ ਉੱਪਰ ਕਿਰਪਾ ਹੋਈ ਹੈ, ਉਹਨਾਂ ਨੇ ਦਰਸ਼ਨਾਂ ਦਾ ਦਾਨ ਮੰਗਿਆ ਤੇ ਪ੍ਰਾਪਤ ਹੋਇਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਸਮਝ ਕੇ ਮੁਆਫ ਕਰਨੀਆਂ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਬਾਣੀ ਸਾਡੇ ਸਰੀਰ ਨੂੰ, ਸਾਡੇ ਜੀਵਨ ਨੂੰ ਸਫਲਾ ਬਣਾਏ। ਸੋ ਇਹ ਜੋ ਆਪਾਂ ਕਥਾ ਵਿਚਾਰ